ਭਗਵੰਤ ਮਾਨ ਨੇ ਜਿਵੇਂ ਆਖਿਆ ਕਿ ਵਿਜੀਲੈਂਸ ਵਾਲੇ ਕਹਿੰਦੇ ਸਰ ਸਵੇਰ ਨੂੰ ਚੱਕਾਂਗੇ ਧਰਮਸੋਤ ਨੂੰ, ਹੁਣ ਤੇ ਰਾਤ ਦਾ ਸਮਾਂ ਕਹਿੰਦੇ, ਮੈਂ ਕਿਹਾ ਹੁਣੇ ਚੱਕੋ, 3 ਵਜੇ ਚੁੱਕ ਲਿਆ। ਫਿਰ ਗਾਣਾ ਵੀ ਬਣਾ ਲਿਆ ਤੇ ਸਿੱਧੂ ਮੂਸੇਵਾਲੇ ਦਾ ਨਾਮ ਉਹਨਾਂ ਦੀ ਮ੍ਰਿਤਕ ਦੇ ਤੇ ਉਹਨਾਂ ਦੀਆਂ ਪੋਸਟਰਾਂ ਤੇ ਫੋਟੋਆਂ ਦਾ ਸਹਾਰਾ ਲੈ ਕੇ ਚੋਣ ਪ੍ਰਚਾਰ ਨੂੰ ਅੱਗੇ ਤੋਰਿਆ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਕੋਲ ਜੇ ਸੱਚ ਪੁੱਛੋ ਤਾਂ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਿਨਾਂ ਹੋਰ ਕੋਈ ਮੁੱਦਾ ਨਹੀਂ। ਵੀ ਜੇ ਜਾਣਾ ਹੀ ਹੈ ਸਫ਼ਰ ਕਰਕੇ ਤੇ ਦਿੱਲੀ ਨੂੰ ਜਾਓ, ਉੱਥੇ ਜਾ ਕੇ ਤੁਸੀਂ ਮੁਜ਼ਾਹਰਾ ਕਰੋ। ਚੰਡੀਗੜ੍ਹ ਵਿੱਚ ਕੀ ਕਰਨ ਜਾਂਦੇ ਹੋ? ਕਿਉਂ ਆਪਣੇ ਰਿਸੋਰਸਿਸ ਖਰਾਬ ਕਰਦੇ? ਇਹੋ ਜਿਹੀ ਗਲਤੀ ਅਕਾਲੀ ਦਲ ਨੇ ਕਿਸਾਨ ਅੰਦੋਲਨ ਦੇ ਵਿੱਚ ਕੀਤੀ ਸੀ। ਜਾਣਕਾਰੀ ਦੇਣੀ ਬਣਦੀ ਨਹੀਂ, ਪਰ ਇਹ ਆਮ ਹੀ ਦੱਸ ਹੀ ਦਿੱਤਾ ਉਹਨਾਂ ਨੇ ਕਿ ਅਸੀਂ ਕਿੱਥੇ ਰੱਖਿਆ। ਇਸ ਕਰਕੇ ਅਸੀਂ ਵੀ ਉਨੀ ਕੁ ਜਾਣਕਾਰੀ ਦੇ ਰਹੇ ਹਾਂ। ਅਸੀਂ ਮਿੰਟ ਦੀ ਕਮੈਂਟਰੀ ਕਰਨ ਦਾ ਸਾਨੂੰ ਕੋਈ ਸ਼ੌਕ ਨਹੀਂ। ਸਾਨੂੰ ਦਿੱਲੀ ਸੁੱਖੀ ਹੋਈ ਹੈ ਜਾਣਾ ਉੱਥੇ। ਦਿੱਲੀ ਵਾਲੇ ਕਹਿੰਦੇ ਇੱਥੇ ਪੋਲਿਊਸ਼ਨ ਬਹੁਤ ਹੈ, ਆਹ ਗੱਡੀ ਨਹੀਂ 10 ਸਾਲ ਪੁਰਾਣੀ ਨਹੀਂ ਆ ਸਕਦੀ, ਆਹ ਨਹੀਂ ਆ ਸਕਦੀ, ਉਹ ਨਹੀਂ ਆ ਸਕਦੀ, ਤੇ ਫਿਰ ਅਸੀਂ ਕਿਉਂ ਜਾਣਾ ਉੱਥੇ? ਤੇ ਸਾਨੂੰ ਇੱਥੋਂ ਦਿਓ ਫਲਾਈਟਾਂ। ਅਗਨੀਪਥ ਨਾਮ ਰੱਖ ਲਿਆ, ਪਰ ਇਸ ਨੇ ਜਨਮ ਜਿਹੜਾ ਅੱਗ ਨੂੰ ਦਿੱਤਾ। ਤੇ ਚੌਥਾ ਹਿੱਸਾ ਭਰਤੀ ਹੋ ਜਾਣਗੇ। ਬਾਕੀ ਦੇ 3 ਹਿੱਸੇ ਜਦੋਂ ਆਉਣਗੇ ਘਰ ਨੂੰ, ਤੇ ਉਹਨਾਂ ਵਾਸਤੇ ਕਿਹੜੀ ਨੌਕਰੀ ਹੋਵੇਗੀ? ਜਦੋਂ ਇੱਕ ਨੌਜਵਾਨ ਕੋਲ ਰੁਜ਼ਗਾਰ ਨਹੀਂ ਹੋਵੇਗਾ, ਉਸਨੂੰ ਅੱਗੇ ਦਿਸਦਾ ਕੁਝ ਨਹੀਂ ਹੋਵੇਗਾ, ਉਸ ਕੋਲ ਹਥਿਆਰਾਂ ਦੀ ਟ੍ਰੇਨਿੰਗ ਹੋਵੇਗੀ, ਉਹ ਕਿੱਧਰ ਨੂੰ ਇਸ਼ਾਰਾ ਕਰਦਾ ਕਿ ਇਹ ਪੈਸੇ ਬਚਾਉਣ ਦਾ ਬਹੁਤ ਸੋਹਣਾ ਤਰੀਕਾ ਹੈ, ਪਰ ਸੁਰੱਖਿਆ ਦੇ ਮਾਮਲੇ ਵਿੱਚ ਇਸ ਤੋਂ ਬੇਵਕੂਫਾਂ ਵਾਲਾ ਤਰੀਕਾ ਹੋਰ ਕੋਈ ਨਹੀਂ ਹੈ। ਤੁਹਾਡੇ ਕੋਲੋਂ ਜਿਹੜੇ ਬੈਸਟ ਈਅਰਸ ਹੁੰਦੇ ਨੇ ਜ਼ਿੰਦਗੀ ਦੇ, ਉਹ ਕੰਮ ਲਿਆ ਤੇ ਚਲੋ ਹੁਣ ਤੁਸੀਂ ਓਕੇ ਟਾਟਾ ਬਾਏ ਬਾਏ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਸੰਗਰੂਰ ਇਲੈਕਸ਼ਨ ਦੀ। ਮੂਸੇਵਾਲਾ ਕਤਲकांड ਦੀ ਜਾਂਚ ਕਿੱਥੇ ਪਹੁੰਚੀ ਹੈ, ਕਿੱਧਰ ਨੂੰ ਜਾ ਰਹੀ ਹੈ, ਉਹ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੇ ਬੀਬੀ ਜਗੀਰ ਕੌਰ ਤੇ ਸਿਮਰਨਜੀਤ ਸਿੰਘ ਮਾਨ ਦੇ ਵਿਚਾਲੇ ਕਿਹੜਾ ਰੌਲਾ ਚੱਲ ਰਿਹਾ, ਉਹ ਵੀ ਤੁਹਾਨੂੰ ਦੱਸਦੇ ਹਾਂ। ਮੁੱਦੇ ਸਾਡੇ ਕੋਲ ਹੋਰ ਵੀ ਨੇ। ਇਹ ਸਾਰੀਆਂ ਗੱਲਾਂ ਬਾਤਾਂ ਕਰਨ ਲਈ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਸੁਬਲੀ। ਸੰਗਰੂਰ ਇਲੈਕਸ਼ਨ ਤੋਂ ਸ਼ੁਰੂ ਕਰਦੇ ਹਾਂ। 15,69,240 ਵੋਟਰ ਨੇ ਉੱਥੋਂ ਦੇ। ਰੌਲਾ ਬੜਾ ਆ, ਆਪ ਲਈ ਵਕਾਰ ਦਾ ਸਵਾਲ ਹੈ ਤੇ ਬਾਕੀਆਂ ਲਈ ਹੋਂਦ ਦਾ ਸਵਾਲ ਹੈ। ਜੇ ਮੋਟਾ-ਮੋਟਾ ਅੰਦਾਜ਼ਾ ਲਾਈਏ ਤੇ ਕਿੱਦਾਂ ਦੇ ਹਾਲਾਤ ਨੇ? ਤੁਹਾਡਾ ਪੈਮਾਨਾ ਕੀ ਕਹਿੰਦਾ? ਕਿਹਦਾ ਪਲੜਾ ਭਾਰੀ ਹੈ, ਕਿਹਦਾ ਹੌਲਾ ਹੈ? ਜੇ ਅਸੀਂ ਆਊਟਰਾਈਟਲੀ ਇਹ ਮੰਨ ਲਈਏ ਕਿ ਅੱਜ ਤੋਂ 3 ਸਾਲ ਪਹਿਲਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਵੱਡੀ ਹੈਸੀਅਤ ਸੀ, ਤੇ ਇਸ ਨੂੰ ਮੰਨਣ ਵਾਸਤੇ ਕੋਈ ਤਿਆਰ ਨਹੀਂ ਹੋਵੇਗਾ। ਲੋਕ ਸਭਾ ਚੋਣਾਂ ਹੁੰਦੀਆਂ, ਉਹ ਪਿਛਲੇ MP ਕੁਛ ਭਾਜਪਾ 'ਚ ਚਲੇ ਗਏ, ਕੋਈ ਕਿਸੇ ਪਾਰਟੀ 'ਚ ਨਿਕਲ ਗਏ। ਕੋਈ ਕਹਿੰਦਾ ਮੈਨੂੰ ਮੁਸ਼ਕ ਆਉਂਦਾ ਹੈ ਭਗਵੰਤ ਮਾਨ ਕੋਲੋਂ ਸ਼ਰਾਬ ਪੀਣ ਦਾ, ਤੇ ਮੈਂ ਇਹਦੇ ਲਾਗੇ ਸੀਟ ਨਹੀਂ ਰੱਖਣੀ ਲੋਕ ਸਭਾ ਦੇ ਵਿੱਚ। ਪਰ ਇੱਕੋ ਹੀ ਸ਼ੇਰ ਬੋਲਦਾ ਰਿਹਾ ਲੋਕ ਸਭਾ ਦੇ ਵਿੱਚ ਪਹਿਲੇ 5 ਸਾਲ ਵੀ, ਤੇ ਜਿਹੜੇ ਅਗਲੇ 2-3 ਸਾਲ ਸੀ ਉਹ ਵੀ ਬੋਲਦਾ ਰਿਹਾ ਭਗਵੰਤ ਮਾਨ। ਇੱਕੋ ਹੀ ਸੀਟ ਮਿਲੀ 2019 'ਚ ਲੋਕ ਸਭਾ ਦੀ, ਤੇ 1,10,000 ਦੇ ਕਰੀਬ ਮੇਰੇ ਖਿਆਲ, ਜੇ ਮੈਂ ਗਲਤ ਨਹੀਂ ਤਾਂ ਇੰਨਾ ਕੁ ਫਰਕ ਸੀਗਾ। ਸੋ ਉਸ ਵੇਲੇ ਗੱਲ ਲੋਕਾਂ ਦੇ ਦਿਮਾਗ 'ਚ ਆਈ ਕਿ ਵਾਕਿਆ ਹੀ ਸੰਗਰੂਰ ਵਾਲਿਆਂ ਨੇ ਕੁਛ ਦਿਖਾਇਆ ਕਰਕੇ। ਉਹਨਾਂ ਨੇ ਕੋਈ ਸੋਚ ਜਿਹੜੀ ਹੈ ਨਾ, ਇੱਕ ਖਾਸ ਸੋਚ, ਇੱਕ ਸਾਫ਼ ਸੁਥਰੀ ਹੈ। ਜੋ ਮਰਜ਼ੀ ਉਹਨਾਂ ਨੂੰ ਤੁਸੀਂ ਅੱਜ ਭਾਵੇਂ ਆਖ ਲਓ, ਪਰ ਜਿਹੜੀ ਕੱਲ੍ਹ ਵੀ ਭਗਵੰਤ ਮਾਨ ਨੇ ਗੱਲ ਕੀਤੀ ਹੈ ਕਿ ਕੋਈ ਇੱਕ ਪੈਸੇ ਦਾ ਇਲਜ਼ਾਮ ਤਾਂ ਲਾਵੇ, ਨਹੀਂ ਲੱਗ ਸਕਦਾ। ਜਿਹੜਾ ਸਾਫ਼ ਹੈ ਸਾਫ਼ ਹੈ। ਹੁਣ ਉਹਨਾਂ ਨੇ ਸੀਟ ਉਦੋਂ ਜਿੱਤ ਲਈ ਤੇ ਛੱਡਣੀ ਉਹਨਾਂ ਨੂੰ ਪੈਣੀ ਸੀ। ਪਹਿਲੀ ਵਾਰੀ ਵਿਧਾਨ ਸਭਾ 'ਚ ਗਏ ਨੇ ਤੇ ਮੁੱਖ ਮੰਤਰੀ ਬਣ ਕੇ ਗਏ ਨੇ, ਇਹ ਵੀ ਮਾਰਕਾ ਸੀ। ਹੁਣ ਉੱਥੇ ਜ਼ਿਮਨੀ ਚੋਣ ਹੋ ਰਹੀ ਹੈ ਤੇ ਅਗਲੇ 2 ਸਾਲ ਵਾਸਤੇ ਜਿਹੜਾ ਤਕਰੀਬਨ 2 ਤੋਂ 20 ਸਾਲ ਤੋਂ ਘੱਟ ਸਮਾਂ ਜਿਹੜਾ ਉਹਦੇ ਵਾਸਤੇ ਲੋਕ ਸਭਾ ਮੈਂਬਰ ਦੀ ਚੋਣ ਹੋਵੇਗੀ। ਜੇ ਉਹਦੇ ਸਮੀਕਰਨ ਅਸੀਂ ਲਾਈਏ ਤੇ ਆਮ ਆਦਮੀ ਪਾਰਟੀ ਉੱਥੇ ਜਿਹੜੇ ਵਿਅਕਤੀਆਂ ਤੋਂ ਕੰਮ ਲੈ ਰਹੀ ਹੈ, ਉਹਨਾਂ ਵਿੱਚ ਸਭ ਤੋਂ ਮੂਹਰੇ ਭਗਵੰਤ ਮਾਨ ਖੁਦ ਨੇ। ਰੋਡ ਸ਼ੋਅ ਕੱਢਿਆ, ਥੋੜ੍ਹਾ ਬਹੁਤਾ ਰੌਲਾ ਰੱਪਾ ਕਿਤੇ ਪਿਆ ਕਿ ਰੋਡ ਸ਼ੋਅ ਫਲੋਪ ਹੋ ਗਿਆ, ਪਰ ਉਹ ਇੱਕ ਸੋਸ਼ਲ ਮੀਡੀਆ ਦੀ ਉਪਸਦੇਈ ਤੌਰ 'ਤੇ ਵੇਖਿਆ ਗਿਆ। ਇਸ ਵਿੱਚ ਕੋਈ ਇਹੋ ਜਿਹੀ ਸੱਚਾਈ ਨਹੀਂ ਸੀ। ਹਾਂ, ਸੁਰੱਖਿਆ ਬਹੁਤ ਸਖਤ ਸੀ, ਇਸ ਵਿੱਚ ਕੋਈ ਸ਼ੱਕ ਨਹੀਂ। ਕੁਲਦੀਪ ਧਾਲੀਵਾਲ, ਬ੍ਰਹਮ ਸ਼ੰਕਰ ਜ਼ਿੰਪਾ, ਹਰਭਜਨ ਸਿੰਘ ETO, ਮੀਤ ਹੇਅਰ ਤੇ ਲਾਲਜੀਤ ਭੁੱਲਰ, ਸਾਰੇ ਮੰਤਰੀ ਡਟੇ ਹੋਏ ਨੇ ਉੱਥੇ। ਤੇ ਉੱਥੇ ਅੱਜ ਵੀ ਭਗਵੰਤ ਮਾਨ ਜਿਹੜੇ ਨੇ ਉਹ ਘਰ ਘਰ ਜਾ ਕੇ ਤੇ ਛੋਟੀਆਂ ਸਭਾਵਾਂ ਨੂੰ ਜਾਂ ਹੋਰਨਾਂ ਨੂੰ ਸੰਬੋਧਨ ਕਰ ਰਹੇ ਨੇ। ਸੋ ਆਮ ਆਦਮੀ ਪਾਰਟੀ ਨੇ ਮੁੱਦੇ ਕਿਹੜੇ ਬਣਾਏ ਨੇ, ਉਹਨਾਂ ਦੀ ਗੱਲ ਕਰ ਲੈਂਦੇ ਹਾਂ। ਮੁੱਦੇ ਉਹਨਾਂ ਨੇ ਉਹੀ ਰੱਖੇ ਨੇ ਕਿ ਦੇਖੋ ਅਸੀਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਆ ਕੰਮ ਕੀਤੇ ਨੇ, ਉਹ ਸਾਡੇ ਮੁੱਦੇ ਨੇ। ਭਗਵੰਤ ਮਾਨ ਨੇ ਜਿਵੇਂ ਆਖਿਆ ਕਿ ਵਿਜੀਲੈਂਸ ਵਾਲੇ ਕਹਿੰਦੇ ਸਰ ਸਵੇਰ ਨੂੰ ਚੱਕਾਂਗੇ ਧਰਮਸੋਤ ਨੂੰ,
ਹੁਣ ਤੇ ਰਾਤ ਦਾ ਸਮਾਂ ਕਹਿੰਦੇ, ਮੈਂ ਕਿਹਾ ਹੁਣੇ ਚੱਕੋ, 3 ਵਜੇ ਚੁੱਕ ਲਿਆ। ਫਿਰ ਉਹ ਦਿਖਾਉਣਾ ਚਾਹੁੰਦੇ ਨੇ ਕਿ ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕਰ ਰਿਹਾ। ਤੇ ਹੁਣ ਉਹਨਾਂ ਨੇ ਅੱਜ ਇਹ ਕਹਿ ਦਿੱਤਾ ਕਿ ਇੱਕ ਲਿਸਟ ਤਿਆਰ ਹੋ ਚੁੱਕੀ ਆ ਭ੍ਰਿਸ਼ਟ ਆਗੂਆਂ ਦੀ, ਉਹ ਵੀ ਜਲਦੀ ਜਾਰੀ ਹੋਵੇਗੀ। ਜ਼ਮੀਨਾਂ ਛਡਾਈਆਂ ਜਾ ਰਹੀਆਂ ਨੇ, ਬਹੁਤ ਕੁਝ ਹੋ ਰਿਹਾ। ਚੰਗਾ ਮਾੜਾ ਠੀਕ ਦੇ ਨਤੀਜੇ ਕੀ ਆਉਣਗੇ ਬਾਅਦ ਦੀਆਂ ਗੱਲਾਂ ਨੇ, ਪਰ ਹੋ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜਿਹੜੀ ਜਾਣਕਾਰੀ ਅੱਜ ਤੱਕ ਨਿਕਲ ਕੇ ਸਾਹਮਣੇ ਆਉਂਦੀ ਤੱਕ ਨਹੀਂ ਸੀ, ਉਹ ਪਹੁੰਚ ਰਹੀ ਹੈ ਤੇ ਲੋਕਾਂ ਨੂੰ ਲੱਗ ਰਿਹਾ ਕਿ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਕੰਮ ਹੋ ਰਿਹਾ। ਪੰਜਾਬ ਨੂੰ ਕਿਵੇਂ ਲੁੱਟਿਆ ਪੁੱਟਿਆ ਗਿਆ, ਇਸ ਵਿੱਚ ਕੋਈ ਸ਼ੱਕ ਨਾ ਰਹਿ ਜਾਵੇ। ਆਮ ਆਦਮੀ ਪਾਰਟੀ ਇਸੇ ਮੁੱਦੇ ਤੇ ਚੋਣ ਲੜ ਰਹੀ ਹੈ। ਗੱਲ ਕਰਦੇ ਹਾਂ ਕਾਂਗਰਸ ਦੀ। ਦਲਵੀਰ ਗੋਲਡੀ ਆਪਣੇ ਵੱਲੋਂ ਸਟਰੋਂਗ ਉਮੀਦਵਾਰ ਉਹਨਾਂ ਨੇ ਬਣਾ ਕੇ ਉੱਥੇ ਲਿਆਂਦੇ ਸੀ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਹੈ, ਉਸਦੇ ਪਿਤਾ ਨੂੰ ਲਿਆਉਣ ਦੀ ਕੋਸ਼ਿਸ਼ ਹੋ ਜਾਂਦੀ ਹੈ, ਤੇ ਇਹ ਵੀ ਕਨਸੂਆਂ ਆਈਆਂ ਕਿ ਸ਼ਾਇਦ ਉੱਥੋਂ ਸਿੱਧੂ ਮੂਸੇਵਾਲੇ ਨੂੰ ਹੀ ਸੰਗਰੂਰ ਤੋਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਗੱਲ ਵਿੱਚ ਸ਼ਾਇਦ ਸੱਚਾਈ ਨਾ ਹੋਵੇ, ਪਰ ਦਲਵੀਰ ਗੋਲਡੀ ਭਗਵੰਤ ਮਾਨ ਦੇ ਖਿਲਾਫ ਚੋਣ ਲੜ ਚੁੱਕੇ ਨੇ ਤੇ ਮਜ਼ਬੂਤ ਉਮੀਦਵਾਰ ਨੇ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਮੁੱਦੇ ਕਿਹੜੇ ਉਠਾਏ ਜਾ ਰਹੇ ਨੇ? ਪੰਜਾਬ ਦੇ ਵਿੱਚ ਅਮਨ ਕਾਨੂੰਨ ਦਾ ਮੁੱਦਾ ਉਠਾਇਆ ਜਾ ਰਿਹਾ ਕਿ ਇੱਥੇ ਇਸ ਵੇਲੇ ਜਿਹੜਾ ਲਾਅ ਐਂਡ ਆਰਡਰ ਉਹ ਵਿਗੜਿਆ ਹੋਇਆ, ਤੇ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਗਾਣਾ ਵੀ ਬਣਾ ਲਿਆ, ਤੇ ਸਿੱਧੂ ਮੂਸੇਵਾਲੇ ਦਾ ਨਾਮ ਉਹਨਾਂ ਦੀ ਮ੍ਰਿਤਕ ਦੇ ਤੇ ਉਹਨਾਂ ਦੀਆਂ ਪੋਸਟਰਾਂ ਤੇ ਫੋਟੋਆਂ ਦਾ ਸਹਾਰਾ ਲੈ ਕੇ ਚੋਣ ਪ੍ਰਚਾਰ ਨੂੰ ਅੱਗੇ ਤੋਰਿਆ ਜਾ ਰਿਹਾ। ਭਾਵੇਂ ਸਰਦਾਰ ਬਲਕੌਰ ਸਿੰਘ ਨੇ ਕਹਿਤਾ ਸੀ ਕਿ ਮੇਰੇ ਪੁੱਤਰ ਦੀ ਲਾਸ਼ ਤੇ ਸਿਆਸਤ ਨਾ ਕਰੋ, ਸਾਨੂੰ ਇਸ ਗੱਲ ਵਿੱਚ ਸ਼ਾਮਲ ਨਾ ਕਰੋ, ਪਰ ਲੁਕਵੇਂ ਢੰਗ ਨਾਲ ਸਿੱਧੇ ਨਾਲ ਨਾ ਸਹੀ ਕਿਸੇ ਹੱਦ ਤੱਕ ਉਹ ਚੱਲ ਰਿਹਾ। ਸੋ ਕਾਂਗਰਸ ਦਾ ਮੁੱਖ ਮੁੱਦਾ ਇਹ ਹੈ, ਜਿਹੜੇ ਕਾਂਗਰਸ ਦੇ ਆਪਣੇ ਲੋਕਾਂ ਦੇ ਖਿਲਾਫ ਜਿਹੜੀ ਕਰਪਸ਼ਨ ਦੀ ਕਾਰਵਾਈ ਚੱਲ ਰਹੀ ਹੈ, ਉਹਦੇ ਖਿਲਾਫ ਇੱਕੋ ਵਾਰੀ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ, ਤੇ ਜਿੱਦਣ ਭਗਵੰਤ ਮਾਨ ਨੂੰ ਮਿਲਣ ਪਹੁੰਚੇ ਤੇ ਉਹਨਾਂ ਨੇ ਜਵਾਬ ਦੇ ਕੇ ਤੇ ਬਾਹਰੋਂ ਮੋੜ ਦਿੱਤੇ, ਕੇਸ ਵੀ ਦਰਜ ਹੋ ਗਿਆ। ਉਹਦੇ ਬਾਰੇ ਕੋਈ ਨਹੀਂ ਆ, ਉਹ ਮੁੱਦਾ ਨਹੀਂ ਹੈ ਉਹਨਾਂ ਲਈ। ਹੁਣ ਅੱਗੇ ਆਉਂਦੇ ਆ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਹਨਾਂ ਦੀ ਸਥਿਤੀ ਦਿਲਚਸਪ ਹੈ। ਸ਼੍ਰੋਮਣੀ ਅਕਾਲੀ ਦਲ ਕੋਲ ਜੇ ਸੱਚ ਪੁੱਛੋ ਤਾਂ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਿਨਾਂ ਹੋਰ ਕੋਈ ਮੁੱਦਾ ਨਹੀਂ, ਜਾਂ ਇਹ ਵੀ ਕਹਿ ਲਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਚਾਰਾ ਜੋਈਆਂ ਉਹਨਾਂ ਨੇ ਕੀਤੀਆਂ ਨੇ ਪਿਛਲੇ ਸਮੇਂ ਵਿੱਚ, ਉਹਨਾਂ ਸਾਰਿਆਂ ਨੂੰ ਦਰਕਿਨਾਰ ਕਰਦੇ ਹੋਏ, ਇੱਕ ਪਾਸੇ ਰੱਖਦੇ ਹੋਏ, ਉਹਨਾਂ ਨੇ ਨਵੀਂ ਆਵਾਜ਼ ਬੁਲੰਦ ਕੀਤੀ ਹੈ। ਕਮੇਟੀ ਵੀ ਬਣਾਈ ਸੀ, ਸਾਰਿਆਂ ਨੂੰ ਪਤਾ ਹੈ, ਪਿੱਛੇ ਨਾ ਜਾਈਏ। ਇੱਕ ਕਿਸਮ ਦਾ ਆਪਣੇ ਵੱਲੋਂ ਮਾਸਟਰ ਸਟ੍ਰੋਕ ਉਹਨਾਂ ਨੇ ਇਹ ਖੇਡਿਆ ਜਿਵੇਂ ਆਈਡੀਆ ਕਿਸੇ ਨੇ ਦੇ ਦਿੱਤਾ ਹੋਵੇ। ਪੰਥਕ ਧਿਰਾਂ ਕੁਝ ਇਕੱਤਰ ਹੋ ਕੇ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਕੋਲ ਜਾਂਦੀਆਂ ਨੇ ਕਿ ਤੁਹਾਡੇ ਭਾਈ ਜਿਹੜੇ ਨੇ ਬੰਦੀ ਸਿੰਘ ਨੇ, ਬਲਵੰਤ ਸਿੰਘ ਰਾਜੋਆਣਾ, ਤੇ ਤੁਸੀਂ ਚੋਣ ਵਿੱਚ ਖੜੇ ਹੋਵੋ, ਅਸੀਂ ਤੁਹਾਡੀ ਮਦਦ ਕਰਾਂਗੇ। ਉਸ ਦਿਨ ਤੱਕ ਸ਼੍ਰੋਮਣੀ ਅਕਾਲੀ ਦਲ ਪਿਕਚਰ ਦੇ ਵਿੱਚ ਨਹੀਂ ਸੀ ਬੀਬੀ ਕਮਲਦੀਪ ਕੌਰ ਨੂੰ ਉਮੀਦਵਾਰ ਬਣਾਉਣ ਵਿੱਚ। ਉਹ ਜਾਂਦੇ ਨੇ ਆਪਣੇ ਭਰਾ ਨਾਲ ਮਿਲ ਕੇ ਸਲਾਹ ਕਰਦੇ ਨੇ, ਨਾ ਹੋ ਜਾਂਦੀ ਕਿ ਮੈਂ ਨਹੀਂ ਚੋਣ ਲੜਨੀ। ਇੱਕ ਦਿਨ ਪੈਂਦਾ ਹੈ, ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੱਥ ਵਿੱਚ ਆ ਜਾਂਦਾ ਹੈ, ਤੇ ਸਮੀਕਰਨ ਬਦਲ ਜਾਂਦੇ ਨੇ। ਅੰਦਰੋਂ ਅਪੀਲ ਵੀ ਆ ਜਾਂਦੀ ਬਲਵੰਤ ਸਿੰਘ ਰਾਜੋਆਣਾ ਦੀ ਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਪੰਥਕ ਏਕਤਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੋਟ ਪਾਓ। ਹੁਣ ਉਸੇ ਕੇਸ ਵਿੱਚ ਦੂਸਰੇ ਨਾਮਜ਼ਦ ਵਿਅਕਤੀ ਜਗਤਾਰ ਸਿੰਘ ਹਵਾਰਾ ਨੇ। ਜਗਤਾਰ ਸਿੰਘ ਹਵਾਰਾ ਜੋ ਕਿ ਤਿਹਾੜ ਜੇਲ੍ਹ ਵਿੱਚ ਬੰਦ ਨੇ, ਉਹਨਾਂ ਦੇ ਸਿਰ ਦਾ ਆਪਰੇਸ਼ਨ ਵੀ ਹੋਇਆ ਪਿੱਛੇ ਜਿਹੇ, ਉਹਨਾਂ ਦੀ ਵੀ ਕਹਾਣੀ ਕੁਛ ਉਸੇ ਤਰ੍ਹਾਂ ਦੀ ਹੈ। ਜਗਤਾਰ ਸਿੰਘ ਹਵਾਰਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਸਟੈਂਡ ਨਹੀਂ ਲੈ ਰਹੇ। ਹੁਣ ਉਹਨਾਂ ਦਾ ਤੇ ਬਲਵੰਤ ਸਿੰਘ ਰਾਜੋਆਣਾ ਦਾ ਸਟੈਂਡ ਕਿਉਂ ਵੱਖੋ ਵੱਖ ਹੈ, ਇਹ ਤਾਂ ਉਹ ਦੋਵੇਂ ਜਾਣਨ। ਪਰ ਬਲਵੰਤ ਸਿੰਘ ਰਾਜੋਆਣਾ ਪਹਿਲਾਂ ਵੀ ਅਪੀਲ ਕਰ ਚੁੱਕੇ ਹੋਏ ਨੇ ਇਹ ਅਕਾਲੀ ਦਲ ਨੂੰ ਵੋਟ ਪਾਉਣ ਦੀ, ਪਿਛਲੀ ਵਿਧਾਨ ਸਭਾ ਦੇ ਵਿੱਚ ਵੀ ਤੇ ਇਸ ਵਾਰੀ ਵਿੱਚ ਵੀ, ਜਦੋਂ ਉਹ ਇੱਕ ਦਿਨ ਦੀ ਪਰੋਲ ਤੇ ਬਾਹਰ ਆਏ ਸੀ। ਸਪੀਚ ਕੀਤੀ ਉਹਨਾਂ ਨੇ ਆਪਣੇ ਘਰ ਪਿਤਾ ਦੇ ਭੋਗ ਤੇ ਕਿ ਪੰਥਕ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੋਟ ਪਾਓ। ਹੁਣ ਜਗਤਾਰ ਸਿੰਘ ਹਵਾਰਾ ਨੇ ਕਹਿ ਦਿੱਤਾ ਹੈ ਕਿ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਓ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ, ਜੇ ਇਹ ਕਹਿ ਲਓ ਕਿ ਉਸ ਨੂੰ ਦੋ ਧਿਰਾਂ ਵੱਲੋਂ ਤੇ ਉਭਾਰਿਆ ਗਿਆ ਨਾ ਸਾਂਝੇ ਤੌਰ ਤੇ। ਆਮ ਆਦਮੀ ਪਾਰਟੀ ਦਾ ਮੁੱਦਾ ਹੋਰ ਹੈ, ਕਾਂਗਰਸ ਦਾ ਹੋਰ ਹੈ, ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਤੇ ਬਾਦਲ ਦਾ, ਦੋਨਾਂ ਦਾ ਮੁੱਦਾ ਇੱਕੋ ਹੀ ਹੈ, ਪਰ ਵਿਚਾਰ ਵੱਖੋ ਵੱਖ ਜਾਪਦੇ ਨੇ। ਹੁਣ ਕੀ ਇਸ ਮੁੱਦੇ ਤੇ ਵੋਟਰ ਜਿਹੜਾ ਉਹ ਕਨਫਿਊਜ਼ ਹੋਵੇਗਾ ਜਾਂ ਉਹਦੇ ਮਨ ਵਿੱਚ ਪਿਕਚਰ ਕਲੀਅਰ ਹੋਵੇਗੀ ਕਿ ਵੋਟ ਕਿਹਨੂੰ ਪਾਉਣੀ ਆ? ਇੱਕ ਮਿੰਟ ਲਈ ਮੰਨ ਲਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੀ ਬਣ ਜਾਂਦਾ ਹੈ, ਤੇ ਕੀ ਫਿਰ ਉਹ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਪਾਉਣਗੇ ਜਾਂ ਅਕਾਲੀ ਦਲ ਬਾਦਲ ਦੀ ਉਮੀਦਵਾਰ ਨੂੰ ਪਾਉਣਗੇ? ਇਹ ਗੱਲ ਕਲੀਅਰ ਨਹੀਂ ਨਾ ਹੋ ਰਹੀ। ਹੁਣ ਇਹ ਮੁੱਦਾ ਕਿੰਨਾ ਕੁ ਅਸਰ ਪਾਵੇਗਾ ਦੂਸਰਿਆਂ ਤੇ, ਇਸ ਕਰਕੇ ਉਹਦੀ ਕੈਲਕੂਲੇਸ਼ਨ ਵੀ ਨਹੀਂ ਹੋਣ ਵਾਲੀ। ਜੇ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਦਾ ਲੋਕਾਂ ਤੇ ਵੋਟਰਾਂ ਤੇ ਅਸਰ ਅਸੀਂ ਮੰਨੀਏ ਤੇ ਪਿਛਲੀਆਂ 2 ਇਲੈਕਸ਼ਨਾਂ ਵਿੱਚ ਉਹ ਨਹੀਂ ਹੋਇਆ ਜਾਪਦਾ, ਇਸ ਤਰ੍ਹਾਂ ਸਾਨੂੰ ਲੱਗਦਾ ਕਿ ਨਹੀਂ ਹੋਇਆ।
ਸ਼੍ਰੋਮਣੀ ਅਕਾਲੀ ਦਲ ਨੂੰ ਉਸ ਦਾ ਕੋਈ ਫਾਇਦਾ ਨਹੀਂ ਮਿਲਿਆ। ਤੇ ਸਿਮਰਨਜੀਤ ਸਿੰਘ ਮਾਨ ਨੂੰ ਥੋੜ੍ਹੀ ਜਿਹੀ ਜਿਹੜੀ ਹੈ ਇੱਕ ਆਸ ਦੀ ਕਿਰਨ ਨਜ਼ਰ ਆਈ ਹੈ। ਪਿਛਲੀਆਂ ਵਿਧਾਨ ਸਭਾ ਦੇ ਵਿੱਚ ਵੋਟ ਸ਼ੇਅਰ ਵਧਿਆ ਜੀ, ਸੀਟ ਭਾਵੇਂ ਕੋਈ ਨਹੀਂ ਮਿਲੀ ਹੈ, ਪਰ ਉਹਨਾਂ ਨੂੰ ਥੋੜ੍ਹੀ ਜਿਹੀ ਉਮੀਦ ਵੱਜਦੀ ਜਾਪਦੀ ਹੈ। ਸੋ ਇਹ ਮੁੱਦੇ ਬਣ ਰਹੇ ਨੇ। ਇਹਨਾਂ ਮੁੱਦਿਆਂ ਤੇ ਚੋਣ ਲੜੀ ਜਾ ਰਹੀ ਹੈ ਤੇ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ, ਵੱਡੇ ਧਨਾੜ ਸਿਆਸਤਦਾਨ ਨੇ, ਉਹਨਾਂ ਨੇ ਮੁੱਦੇ ਆਪਣੇ ਹਿਸਾਬ ਨਾਲ ਉਠਾਏ ਹੋਏ ਨੇ, ਪਰ ਉਹ ਇਸ ਪਿਕਚਰ ਦੇ ਵਿੱਚ ਦੌੜ ਦੇ ਵਿੱਚ ਕਿਤੇ ਸ਼ਾਮਲ ਜਾਪਦੇ ਨਹੀਂ। ਪਰ ਸੰਗਰੂਰ ਦੇ ਲੋਕਾਂ ਦੇ ਦਿਲੋਂ ਦਿਮਾਗ ਦੇ ਵਿੱਚ ਇਸ ਵੇਲੇ ਕੀ ਹੈ, ਹਾਂ ਉਹ ਇਲਾਕਾ ਵੀ ਨਾਲ ਲੱਗਦਾ ਹੈ ਜੋ ਮਾਨਸਾ ਵਗੈਰਾ ਦਾ, ਜੋ ਸਿੱਧੂ ਮੂਸੇਵਾਲੇ ਦਾ ਪਿੰਡ ਹੈ, ਜਾਂ ਹੋਰ ਸਾਰੇ ਉਹ ਹਲਕੇ ਵੀ ਇਸ ਵਿੱਚ ਕਈ ਆਉਂਦੇ ਨੇ। ਸੋ ਉਹਨਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਪ ਦਾ ਗੜ੍ਹ ਹੈ। ਭਗਵੰਤ ਮਾਨ ਦੀ ਆਪਣੀ ਸੀਟ ਹੈ, ਵਿਧਾਨ ਸਭਾ ਦੇ ਵਿੱਚ ਵੀ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਇੱਥੇ ਕੀ ਹੋਵੇਗਾ ਇਹ ਇੰਟਰਸਟਿੰਗ ਆ। ਪਰ ਮੈਨੂੰ ਲੱਗਦਾ ਹੈ ਕਿ ਅਜੇ ਸਥਿਤੀ ਕਲੀਅਰ ਨਹੀਂ ਹੈ। ਹਾਂ, ਦੋ ਧਿਰਾਂ ਨੂੰ ਜਿਹੜਾ ਹੈ ਉਹ ਪਿੱਛੇ ਰੱਖਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚੋਂ ਭਾਜਪਾ ਇੱਕ ਹੈ। ਸੰਗਰੂਰ ਇਲੈਕਸ਼ਨ ਦੀ ਥੋੜੀ ਜਿਹੀ ਗੱਲਬਾਤ ਹੋਰ ਵੀ ਕਰਦੇ ਹਾਂ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਤੁਸੀਂ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਥਿਤੀ ਬੜੀ ਦਿਲਚਸਪ ਹੈ ਤੇ ਗੱਲਾਂ ਵੀ ਬੜੀਆਂ ਦਿਲਚਸਪ ਕਰਦੇ ਨੇ। ਸੁਖਬੀਰ ਬਾਦਲ ਕਹਿੰਦਾ ਵੀ ਸਿਮਰਨਜੀਤ ਮਾਨ ਨੂੰ ਵੀ 2024 ਚ ਜਿੱਥੋਂ ਕਹੋਗੇ ਖੜੇ ਹੋ ਜਿਓ, ਅਸੀਂ ਤੁਹਾਨੂੰ ਸਪੋਰਟ ਕਰਾਂਗੇ, ਪਰ ਹੁਣ ਵੋਟਾਂ ਨਾ ਖਰਾਬ ਕਰੋ। ਤੇ ਸਿਮਰਨਜੀਤ ਮਾਨ ਕਹਿੰਦੇ ਵੀ ਆਪਣੇ ਪਿਓ ਨੂੰ ਛੱਡ ਕੇ ਮੇਰੇ ਮਗਰ ਪੈ ਗਿਆ, ਇਹਨੂੰ ਕਹੋ ਆਪਣਾ ਪਿਓ ਸਾਂਭੇ। ਤੇ ਹੁਣ ਬੀਬੀ ਜਗੀਰ ਕੌਰ ਜਿਹੜੀ ਆ ਉਹ ਵੀ ਸਿਮਰਨਜੀਤ ਮਾਨ ਤੇ ਖਫਾ ਹੋ ਗਈ ਹੈ। ਬੀਬੀ ਨੂੰ ਕੀ ਹੋ ਗਿਆ? ਬੀਬੀ ਜਗੀਰ ਕੌਰ ਵੱਖਰੇ ਐਂਗਲ ਤੋਂ ਬੋਲੇ ਨੇ। ਅਸਲ ਵਿੱਚ ਗੱਲ ਇਹ ਹੋਈ ਕਿ ਰਾਹੁਲ ਗਾਂਧੀ ਤੇ ਜੋ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੱਕ ਸਕਰੂ ਟਾਈਟ ਕੀਤਾ ਗਿਆ ਹੈ ਨਾ, ਉਹਨਾਂ ਨੂੰ ਸੱਦ ਕੇ ਬੁਲਾ ਕੇ 8-8 9-9 ਘੰਟੇ ਦੀ ਗ੍ਰਿਲਿੰਗ ਤੇ ਉਹ ਪੁੱਛਤਾਛ ਕੀਤੀ ਗਈ ਹੈ। ਕਾਂਗਰਸੀ ਬਹੁਤ ਖਫਾ ਹੋਏ ਨੇ। ਪਰ ਇੰਟਰਸਟਿੰਗ ਗੱਲ ਇਹ ਹੈ ਕਿ ਜਿੰਨੇ ਪੰਜਾਬ ਦੇ ਕਾਂਗਰਸੀ ਖਫਾ ਹੋਏ ਨੇ ਤੇ ਦਿੱਲੀ ਦੇ ਹੋਏ ਨੇ, ਉਹਨੇ ਹੋਰ ਕਿਤੇ ਨਹੀਂ ਹੋਏ। ਕਾਂਗਰਸ ਭਵਨ ਜਿਹੜਾ ਦਿੱਲੀ ਦੇ ਵਿੱਚ, ਉਸ ਦੇ ਵਿੱਚ ਪੁਲਿਸ ਨੇ ਵੜ ਕੇ ਫਿਰ ਕਈਆਂ ਨੂੰ ਕਾਬੂ ਕੀਤਾ। ਚੰਡੀਗੜ੍ਹ ਦੇ ਵਿੱਚ ਬੁਛਾਰਾਂ ਪੈਂਦੀਆਂ ਤੇ ਸਾਰਿਆਂ ਨੇ ਦੇਖਿਆ। ਮੈਨੂੰ ਵੈਸੇ ਗੱਲ ਸਮਝ ਨਹੀਂ ਆਈ ਵੀ ਜੇ ਜਾਣਾ ਹੀ ਹੈ ਸਫ਼ਰ ਕਰਕੇ ਤੇ ਦਿੱਲੀ ਨੂੰ ਜਾਓ, ਉੱਥੇ ਜਾ ਕੇ ਤੁਸੀਂ ਮੁਜ਼ਾਹਰਾ ਕਰੋ। ਚੰਡੀਗੜ੍ਹ ਵਿੱਚ ਕੀ ਕਰਨ ਜਾਂਦੇ ਹੋ? ਕਿਉਂ ਆਪਣੇ ਰਿਸੋਰਸਿਸ ਖਰਾਬ ਕਰਦੇ? ਇਹੋ ਜਿਹੀ ਗਲਤੀ ਅਕਾਲੀ ਦਲ ਨੇ ਕਿਸਾਨ ਅੰਦੋਲਨ ਦੇ ਵਿੱਚ ਕੀਤੀ ਸੀ। ਦਿੱਲੀ ਸਰਕਾਰ ਦੇ ਖਿਲਾਫ ਮੁਜ਼ਾਹਰਾ ਤੇ ਚਾਲੇ ਚੰਡੀਗੜ੍ਹ ਨੂੰ। ਇਹ ਖੈਰ ਚੰਡੀਗੜ੍ਹ ਸੋਹਣਾ ਸ਼ਹਿਰ ਹੈ, ਕਈ ਵਾਰੀ ਉਹਦੀ ਆਬੋ ਹਵਾ ਵੀ ਦੇਖਣ ਨੂੰ ਜੀ ਕਰਦਾ ਹੈ। ਚਲੋ, ਬੀਬੀ ਜਾਗੀਰ ਕੌਰ ਇਹ ਕਹਿੰਦੇ ਨੇ ਕਿ ਸਿਮਰਨਜੀਤ ਸਿੰਘ ਮਾਨ ਨੇ ਇਹ ਗੱਲ ਕਿਉਂ ਕੀਤੀ ਕਿ ਰਾਹੁਲ ਗਾਂਧੀ ਤੇ ਖਾਮਖਾਹ ਸ਼ਿਕੰਜਾ ਕੱਸਿਆ ਜਾ ਰਿਹਾ। ਇਹ ਏਜੰਸੀਆਂ ਹੁੰਦੀਆਂ ਨੇ, ਇਹਨਾਂ ਨੂੰ ਜਾਂਚ ਆਪਣੀ ਕਰ ਲੈਣ ਦੇਣੀ ਚਾਹੀਦੀ ਹੈ ਤੇ ਇਹ ਸਾਰਿਆਂ ਨੂੰ ਇਸ ਵਿੱਚ ਸਾਰਿਆਂ ਨੂੰ ਲੰਘਣਾ ਪੈਂਦਾ ਹੈ। ਜੇ ਠੀਕ ਹੋਣਗੇ ਤਾਂ ਬਚ ਜਾਣਗੇ। ਠੀਕ ਹੈ ਸਾਰੀ ਗੱਲ। ਤੇ ਫਿਰ ਅਕਾਲੀ ਦਲ ਵਾਲੇ ਕਿਉਂ ਗੱਲ-ਗੱਲ ਤੇ ਰੌਲਾ ਪਾਉਂਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਖਾਮਖਾਹ ਅੰਦਰ ਕੀਤਾ ਹੋਇਆ? ਉਹ ਏਜੰਸੀਆਂ ਨੇ ਸਾਰੀਆਂ, ਕੇਂਦਰੀ ਹੋਈਆਂ ਜਾਂ ਸੂਬੇ ਦੀਆਂ ਹੋਈਆਂ। ਉੱਥੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਖਿਲਾਫ ਬਦਲਾ ਲਓ ਕਾਰਵਾਈ ਹੋ ਰਹੀ ਹੈ। ਅਸਲ ਵਿੱਚ 2017 ਦੇ ਵਿੱਚ ਆਖਰੀ ਵਾਰੀ ਅਕਾਲੀ ਦਲ ਦੀ ਸਰਕਾਰ ਸੀ। ਹੁਣ ਜੇ ਕੱਲ੍ਹ ਨੂੰ ਖੁਦਾ ਨਾ ਖਾਸਤਾ ਕੋਈ ਇਹੋ ਜਿਹੀ ਸਥਿਤੀ ਉਤਪੰਨ ਹੋ ਜਾਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਬੀ ਜੀ ਇੰਨਾ ਲੰਬਾ ਸਮਾਂ ਪ੍ਰਧਾਨ ਰਹੇ ਨੇ, ਚਲੋ ਕਿ ਕੋਈ ਏਜੰਸੀ ਜਾਂਚ ਕਰੇ ਕਿਸੇ ਧਾਰਮਿਕ ਸੰਸਥਾ ਦੀ, ਗੱਲ ਤਾਂ ਮਾੜੀ ਹੈ, ਪਰ ਤੁਸੀਂ ਜਿੰਨੀਆਂ ਉੱਥੇ ਕੋਈ ਜਿਹੜੀਆਂ ਗੱਲਾਂ ਬਾਤਾਂ 2-4 ਹੋਈਆਂ, ਬੇਨਿਯਮੀਆਂ ਦੀਆਂ ਗੱਲਾਂ ਖਬਰਾਂ ਨਿਕਲ ਕੇ ਆਉਂਦੀਆਂ ਰਹੀਆਂ, ਤੁਸੀਂ ਉਹਨਾਂ ਦਾ ਕੋਈ ਕਿਸੇ ਦੇ ਮੂਹਰੇ ਖੁਲਾਸਾ ਕੀਤਾ? ਫਿਰ ਉਹ ਵੀ ਕਿਸੇ ਤੋਂ ਜਾਂਚ ਕਰਵਾ ਕੇ ਦਿਓ। ਰਾਹੁਲ ਗਾਂਧੀ ਦੁਸ਼ਮਣ ਹੈ ਪੰਜਾਬ ਦਾ ਜਾਂ ਸਿੱਖਾਂ ਦਾ? ਕੀ ਗੱਲ? ਕਾਂਗਰਸ ਦੁਸ਼ਮਣ ਹੈ? ਜੇ ਉਹੀ ਗੱਲ ਸੀ ਤੇ ਅੱਜ ਕਿੰਨੇ ਕਾਂਗਰਸੀ ਜਿਹੜੇ ਨੇ ਗਲਾਂ ਵਿੱਚ ਹਾਰ ਪਵਾ ਕੇ ਅਕਾਲੀ ਦਲ ਨੇ ਆਪਣੇ ਵਿੱਚ ਬਿਠਾਏ ਹੋਏ ਨੇ। ਰਾਹੁਲ ਗਾਂਧੀ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨੇ, ਬਾਕੀਆਂ ਵਾਂਗ ਉਹਨਾਂ ਦਾ ਮਾਣ ਸਤਿਕਾਰ ਕੀਤਾ ਜਾਂਦਾ ਹੈ। ਇਹ ਮੈਂ ਸਮਝਦਾ ਬੀਬੀ ਜੀ ਨੂੰ ਥੋੜ੍ਹਾ ਜਿਹਾ ਸਿਮਰਨਜੀਤ ਸਿੰਘ ਮਾਨ ਤੇ ਜਿਹੜੀ ਉਹਨਾਂ ਨੇ ਖਫਾ ਹੋਣ ਦੀ ਗੱਲ ਕੀਤੀ ਹੈ ਨਾ, ਉਹਨਾਂ ਤੋਂ ਥੋੜ੍ਹਾ ਜਿਹਾ ਉਹਨਾਂ ਨੂੰ ਸੰਕੋਚ ਕਰਨਾ ਚਾਹੀਦਾ ਸੀ। ਦੂਸਰੀ ਗੱਲ, ਜੇ ਅੱਜ ਜਾਂਚ ਏਜੰਸੀਆਂ ਜਿਹੜੀਆਂ ਕੰਮ ਕਰ ਰਹੀਆਂ ਨੇ ਤੇ ਉਹਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜੋ ਕੰਮ ਹੋ ਰਿਹਾ ਕਰਪਸ਼ਨ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਵਿਅਕਤੀਆਂ ਨੂੰ ਫੜਿਆ ਦੜਿਆ ਗਿਆ, ਅਕਾਲੀ ਦਲ ਦੇ ਵੀ ਹੋ ਸਕਦਾ ਕੁਝ ਕੱਚੇ ਚਿੱਠੇ ਆਉਣ ਵਾਲੇ ਦਿਨਾਂ ਵਿੱਚ ਖੁੱਲ੍ਹਣ, ਤੇ ਫਿਰ ਤੁਸੀਂ ਕੀ ਕਹੋਗੇ? ਫਿਰ ਤੁਸੀਂ ਇਹੋ ਹੀ ਆਖੋਗੇ ਕਿ ਸਾਡੇ ਤੇ ਇਹ ਬਦਲਾ ਲਓ ਕਾਰਵਾਈ ਹੋ ਰਹੀ ਹੈ। ਉੱਥੇ ਵੀ ਜਾਂਚ ਏਜੰਸੀਆਂ ਨੇ ਕੰਮ ਕਰਨਾ। ਸੋ ਇਹ ਮੈਂ ਸਮਝਦਾ ਕਿ ਉਹਨਾਂ ਦਾ ਇਹ ਬਿਆਨ, ਉਹਨਾਂ ਨੇ ਨਾਲ ਇੱਕ ਹੋਰ ਗੱਲ ਕੀਤੀ ਹੈ, ਕੇਂਦਰ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਤੋਂ ਜਲਦ ਕਰਵਾਈਆਂ ਜਾਣ।
ਅਸਲ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੇ ਸਿਮਰਨਜੀਤ ਸਿੰਘ ਮਾਨ ਦੀ ਨਿਖੇਧੀ ਆਪਸ ਵਿੱਚ ਜੁੜੀਆਂ ਹੋਈਆਂ ਗੱਲਾਂ ਨੇ। ਇਹ ਕਿਸੇ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਕੌਣ ਇੰਟਰਸਟਡ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੇ ਵਿੱਚ ਬਹੁਤ ਜ਼ਿਆਦਾ, ਤੇ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਉਸ ਮਾਮਲੇ ਦੇ ਵਿੱਚ ਪਿੱਛਾਂ ਧੱਕਣ ਦੀ ਕੋਸ਼ਿਸ਼ ਦੇ ਵਿੱਚ ਕੌਣ ਹੈ। ਇਹ ਮੈਂ ਸਮਝਦਾ ਕਿ ਇੱਕ ਬੜਾ ਸਿੰਪਲ ਜਿਹਾ ਸਮੀਕਰਨ ਹੈ ਜਿਹੜਾ ਆਮ ਵਿਅਕਤੀਆਂ ਨੂੰ ਪਤਾ ਹੈ ਜੀ ਕਿ ਅਕਾਲੀ ਦਲ ਬਾਦਲ ਦਾ ਮਨਸ਼ਾ ਜ਼ਾਹਰ ਹੈ ਕਿ ਸਾਡੇ ਕੋਲ ਸੱਤਾ ਤੋਂ ਬਾਹਰ 10 ਸਾਲ ਅਸੀਂ ਰਹਿ ਚੱਲੇ ਹਾਂ ਪੰਜਾਬ 'ਚੋਂ, ਘੱਟੋ ਘੱਟ 10 ਸਾਲ ਤੇ ਹੋ ਜਾਣੇ ਨਾ। 2017 ਦੇ ਸੀ ਤੇ 27 ਆ ਜਾਣਾ, ਬਿਲਕੁਲ। ਤੇ ਉਦੋਂ ਤੋਂ ਬਾਅਦ ਵੀ ਕੋਈ ਪਤਾ ਨਹੀਂ। ਵਿਧਾਨ ਸਭਾ ਲੋਕ ਸਭਾ ਚੋਣਾਂ ਸਿਰ ਤੇ ਆਈਆਂ ਖਲੋਤੀਆਂ 1.5 ਸਾਲ ਦੇ ਵਿੱਚ, ਤੇ ਅਸਲੀ ਭਵਿੱਖ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਲੇ ਪਾਸੇ ਹੀ ਹੈ। ਕੀ ਪਤਾ ਕਦੋਂ ਗੁਰਦੁਆਰਾ ਕਮਿਸ਼ਨ ਜਿਹੜਾ ਹੈ ਉਹ ਸਰਕਾਰ ਨੂੰ ਕਹਿ ਦੇਵੇ ਤੇ ਚੋਣਾਂ ਦਾ ਕੰਮ ਹੋ ਜਾਵੇ ਸ਼ੁਰੂ। ਅਜੇ ਤੇ ਇੰਨਾ ਲੰਬਾ ਸਮਾਂ ਤੋਂ ਹੋਇਆ ਹੀ ਕੁਛ ਨਹੀਂ। ਇੱਕ ਪ੍ਰਧਾਨ, ਦੂਸਰਾ, ਤੀਸਰਾ, ਚੌਥਾ ਬਦਲੀ ਜਾ ਰਹੇ ਨੇ ਆਪਣੀ ਮਰਜ਼ੀ ਨਾਲ, ਆਪਣੇ ਬੈਠੇ ਹੋਏ ਨੇ ਸਾਰੇ। ਸੋ ਬੀਬੀ ਜਾਗੀਰ ਕੌਰ ਦਾ ਕੰਸਰਨ ਸ਼੍ਰੋਮਣੀ ਅਕਾਲੀ ਦਲ ਦਾ ਸਾਂਝਾ ਕੰਸਰਨ ਹੈ, ਸ਼੍ਰੋਮਣੀ ਕਮੇਟੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਹਿ ਦਿੱਤਾ ਸੀ ਕਿ ਸਾਨੂੰ ਹੁਣ ਇੱਧਰ ਤੇ ਵੋਟਾਂ ਵਿਧਾਨ ਸਭਾ 'ਚ ਨਹੀਂ ਪਾਈਆਂ, ਦੇਖਿਓ ਕਿਤੇ ਸ਼੍ਰੋਮਣੀ ਕਮੇਟੀ ਵਾਲੀਆਂ ਨੇ ਕਿਸੇ ਹੋਰ ਨੂੰ ਪਾ ਦਿਓ, ਤੇ ਉੱਧਰ ਉਮੀਦਵਾਰ ਕੋਈ ਹੋਰ ਨਹੀਂ, ਸਿਮਰਨਜੀਤ ਸਿੰਘ ਮਾਨ ਹੀ ਹੈ। ਬਿਲਕੁਲ। ਸੰਗਰੂਰ ਇਲੈਕਸ਼ਨ ਤੋਂ ਬਾਅਦ ਜਿਹੜਾ ਇੱਕ ਹੋਰ ਮੁੱਦਾ ਪੰਜਾਬ ਦੀਆਂ ਖਬਰਾਂ 'ਚ ਘੁੰਮਦਾ ਹੈ ਉਹ ਹੈਗਾ ਸਿੱਧੂ ਮੂਸੇਵਾਲਾ ਕਤਲकांड ਦਾ। ਜਾਂਚ ਚੱਲ ਰਹੀ ਹੈ, ਮਨੁੱਖਤਾ ਅੰਦਰ ਤੱਕ ਹਿੱਲ ਗਈ ਹੈ 29 ਮਈ ਤੋਂ ਬਾਅਦ। ਜਾਂਚ ਦੇ ਵਿੱਚ ਬਹੁਤ ਕੁਝ ਨਿਕਲ ਕੇ ਸਾਹਮਣੇ ਆਇਆ, ਬਹੁਤ ਗ੍ਰਿਫਤਾਰੀਆਂ ਹੋਈਆਂ, ਬਹੁਤ ਲੋਕ ਨਾਮਜ਼ਦ ਵੀ ਹੋਏ। ਲਾਰੈਂਸ ਬਿਸ਼ਨੋਈ 22 ਜੂਨ ਦੇ ਤੱਕ ਪੰਜਾਬ ਪੁਲਿਸ ਦੇ ਕੋਲ ਹੈ। ਕੀ ਕੁਝ ਬਕਦਾ ਹੈ, ਕੀ ਕੁਝ ਉਹ ਬਕਾ ਲੈਂਦੇ ਨੇ, ਇਹ ਸਾਨੂੰ ਸਮਾਂ ਦੱਸੂਗਾ। ਪਰ ਜੇ ਮੋਟੀ ਗੱਲ ਕਰੀਏ ਤੇ ਜਾਂਚ ਕਿੱਧਰ ਨੂੰ ਜਾ ਰਹੀ ਹੈ? ਇੱਕ ਤੇ ਕੱਲ ਸਟੇਟਸ ਰਿਪੋਰਟ ਜਿਹੜੀ ਸਰਕਾਰ ਨੇ ਦਾਖਲ ਕੀਤੀ ਹੈ ਉਹਦੀ ਮੰਗ ਕਰ ਰਹੇ ਸੀ ਕਈ ਪਾਰਟੀਆਂ ਵਾਲੇ, ਰਾਜਾ ਵੜਿੰਗ ਕਰ ਰਹੇ ਸੀ। ਚਲੋ ਕਰਨੀ ਚਾਹੀਦੀ ਵੀ ਆ, ਪਰ ਥੋੜ੍ਹਾ ਜਿਹਾ ਕਾਹਲੇ ਪੈ ਰਹੇ ਸੀ। ਇਸ ਤਰ੍ਹਾਂ ਲੱਗਦਾ ਕਿ ਐਂਕਸ਼ੀਅਸ ਹੋ ਰਹੇ ਸੀ ਸਾਰੇ। ਸਟੇਟਸ ਰਿਪੋਰਟ ਆਈ ਹੈ, ਸਾਰੀ ਸ਼ੱਕ ਦੀ ਸੂਈ, ਜਿਵੇਂ ਸਾਰਿਆਂ 'ਤੇ ਖੁਲਾਸਾ ਅਸੀਂ ਵੀ ਪ੍ਰੋਗਰਾਮਾਂ 'ਚ ਪਹਿਲਾਂ ਕਰ ਚੁੱਕੇ ਹਾਂ, ਉਹ ਲਾਰੈਂਸ ਬਿਸ਼ਨੋਈ ਦੇ ਆਲੇ ਦੁਆਲੇ ਸਾਰੀ ਗੇਮ ਘੁੰਮਦੀ ਜਾਪਦੀ ਹੈ। ਇੱਕ ਤੇ ਮੈਂ ਦੱਸ ਦੇਵਾਂ ਕਿ ਉਹਨਾਂ ਨੂੰ CIA ਸਟਾਫ ਮੋਹਾਲੀ ਦੇ ਵਿੱਚ ਰੱਖਿਆ ਗਿਆ। ਜਾਣਕਾਰੀ ਦੇਣੀ ਬਣਦੀ ਨਹੀਂ, ਪਰ ਇਹ ਆਮ ਹੀ ਦੱਸ ਹੀ ਦਿੱਤਾ ਉਹਨਾਂ ਨੇ ਕਿ ਅਸੀਂ ਕਿੱਥੇ ਰੱਖਿਆ। ਇਸ ਕਰਕੇ ਅਸੀਂ ਵੀ ਉਨੀ ਕੁ ਜਾਣਕਾਰੀ ਦੇ ਰਹੇ ਹਾਂ। ਅਸੀਂ ਮਿੰਟ ਦੀ ਕਮੈਂਟਰੀ ਕਰਨ ਦਾ ਸਾਨੂੰ ਕੋਈ ਸ਼ੌਕ ਨਹੀਂ ਹੈ। ਉਹ ਇਸ ਕਰਕੇ ਉਹਨਾਂ ਨੇ ਦੱਸਿਆ ਕਿ ਇੱਥੇ ਸਾਰੇ ਹੀ DGP, ADGP, IG, ਹੋਰ ਬੜੇ ਜਿਹੜੇ ਨੇ, ਤੇ CI ਸਟਾਫ ਦੇ ਜਿਹੜੇ ਕੋਈ ਅਫਸਰ ਨੇ, ਉਹ ਉਹਨਾਂ ਕੋਲੋਂ ਕਿਸੇ ਵੇਲੇ ਤੇ ਆਮਣੋ ਸਾਹਮਣੇ ਬਿਠਾ ਕੇ ਹੋਰਨਾਂ ਤੋਂ ਪੁੱਛਗਿੱਛ ਕਰ ਸਕਦੇ ਨੇ। ਉਸ ਮਾਮਲੇ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਕਿ ਟਰਾਂਸਪੋਰਟੇਸ਼ਨ ਵਗੈਰਾ ਜਾਂ ਭੱਜਣ ਵਾਸਤੇ ਵੀ ਸਮਾਂ ਬਰਬਾਦ ਹੋਵੇ, ਸਾਡੇ ਕੋਲ ਸਮਾਂ ਨਹੀਂ ਹੈ। ਹੁਣ ਗੱਲ ਇੱਕ ਹੈ, ਮੈਨੂੰ ਤੇ ਜੇ ਮੈਂ ਸੱਚ ਪੁੱਛਾਂ ਤੇ ਮੈਂ ਬਹੁਤਾ ਇੰਟਰਸਟ ਨਹੀਂ ਰੱਖਦਾ ਕਿ ਇਹ ਗੈਂਗਸਟਰਿਜ਼ਮ ਕਿਸ ਲੈਵਲ ਦਾ, ਕੌਣ ਕਿਹਦੇ ਨਾਲ ਕਿਵੇਂ ਜੁੜਿਆ। ਕੋਈ ਹਿਸਟਰੀ ਤਾਂ ਹੈ ਨਹੀਂ, ਪੜ੍ਹਨ ਵਾਲੀ, ਕੋਈ ਸੁਨਹਿਰੇ ਅੱਖਰਾਂ ਵਿੱਚ ਲਿਖਣ ਵਾਲੀ ਤਾਂ ਗੱਲ ਹੈ ਨਹੀਂ ਜਿਹਨੂੰ ਬਹੁਤਾ ਯਾਦ ਰੱਖਿਆ ਜਾਵੇ। ਪੁਲਿਸ ਇਸ 'ਤੇ ਕੰਮ ਕਰ ਰਹੀ ਹੈ। ਇੰਨੇ ਨਾਮ ਨਿਕਲ ਕੇ ਸਾਹਮਣੇ ਆਏ ਨੇ, ਜਿੰਨੇ ਕੁ ਕਾਮਨ ਨਾਮ ਪੰਜਾਬੀਆਂ ਦੇ, ਹਰਿਆਣਵੀਆਂ ਦੇ ਹੁੰਦੇ ਨੇ, ਸਾਰੇ ਨਾਮ ਇਸ ਵਿੱਚ ਵਰਤੇ ਜਾ ਚੁੱਕੇ ਨੇ। ਮੇਰੇ ਸਰਨਾਮੀ ਵੀ ਨੇ ਕਈ। ਹੁਣ ਇਹ ਤਾਰਾਂ ਜੁੜੀਆਂ ਹੋਈਆਂ ਨੇ ਦੂਰ ਤੱਕ। ਕੈਨੇਡਾ ਹੈ, ਆਸਟ੍ਰੇਲੀਆ ਹੈ, ਹਰਿਆਣਾ ਹੈ, ਤਿਹਾੜ ਹੈ, ਹੋਰ ਪਤਾ ਨਹੀਂ ਕਿਹੜੀ ਜੇਲ੍ਹ ਹੈ, ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚ ਵੀ ਜ਼ਿਕਰ ਆਇਆ। ਸਾਰੇ ਇੱਕ ਦੂਸਰੇ ਨਾਲ ਜੁੜੇ ਹੋਏ ਨੇ। ਤੇ ਹੁਣ ਪੁਲਿਸ ਜਿਹੜੀ ਹੈ, ਅਸਲ ਵਿੱਚ ਲਾਰੈਂਸ ਬਿਸ਼ਨੋਈ ਕਹਿੰਦੇ ਸੀ ਬਹੁਤਾ ਕੋਆਪਰੇਟ ਨਹੀਂ ਕਰ ਰਿਹਾ ਪਹਿਲਾਂ ਜੋ ਦੱਸਿਆ ਗਿਆ ਸੀ। ਫਿਰ ਇਹ ਖਬਰ ਆਈ ਕਿ ਉਸ ਕੋਲੋਂ ਮੋਟੇ ਘੁਮਾ ਫਿਰਾ ਕੇ ਸਵਾਲ ਪੁੱਛੇ ਗਏ। ਅਖੀਰ ਤੇ ਜੇ ਜਿਹੜਾ ਇਨਵੈਸਟੀਗੇਟਿੰਗ ਏਜੰਸੀ ਹੁੰਦੀ ਹੈ, ਉਹ ਕੁਝ ਨਾ ਕੁਝ ਤੇ ਉਹਨਾਂ ਦੇ ਕੋਲ ਹੁੰਦਾ ਨਾ, ਸਕਿੱਲ ਹੁੰਦੀ ਹੈ ਨਾ, ਜਿਹੜੀ ਆਮ ਵਿਅਕਤੀ ਕੋਲ ਨਹੀਂ ਹੋ ਸਕਦੀ। ਉਹਨਾਂ ਨੇ ਫਿਰ ਕਢਾਇਆ ਉਸ ਦੇ ਮੂੰਹੋਂ। ਇੱਕ ਮੈਂ ਦੱਸ ਦੇਵਾਂ ਆਪਣੇ ਦਰਸ਼ਕਾਂ ਨੂੰ ਕਿ ਇੱਥੇ ਇਹ ਮੇਰਾ ਖਿਆਲ ਹੈ ਕਿ ਮੰਨਣਾ ਗਲਤ ਹੋਵੇਗਾ ਕਿ ਕੋਈ 3rd ਡਿਗਰੀ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਉਸ 'ਤੇ ਇਸਤੇਮਾਲ ਕੀਤੀ ਜਾਂਦੀ ਹੋਵੇਗੀ। ਉਹ ਬਾਕਾਇਦਾ ਰਿਮਾਂਡ 'ਤੇ ਹੈ ਤੇ ਉਸ ਦੇ ਮੁਲਾਜ਼ੇ ਵਗੈਰਾ ਸਾਰੇ ਹੋਏ ਹੋਣਗੇ, ਤੇ ਇਸ ਕਰਕੇ ਉਸ ਨੂੰ ਕੋਈ ਤਰੀਕੇ ਨਾਲ ਹੀ ਪੁੱਛਗਿੱਛ ਹੋ ਸਕਦੀ ਹੈ। ਇਹਨਾਂ ਕੋ ਸਾਹਮਣੇ ਆਇਆ ਕਿ ਤਿਹਾੜ ਦੇ ਵਿੱਚ ਉਸ ਕੋਲ ਜਿਹੜਾ ਇੱਕ ਐਪ ਦੇ ਜ਼ਰੀਏ ਇੱਕ ਸਮਾਰਟਫੋਨ ਜਿਹੜਾ ਉਸਨੇ ਵਰਤਿਆ, ਤੇ ਉਸ ਦੇ ਜ਼ਰੀਏ ਹੀ ਉਹ ਗੋਲਡੀ ਬਰਾੜ ਨਾਲ ਤੇ ਹੋਰਨਾਂ ਨਾਲ ਜਿਹੜਾ ਸੰਪਰਕ ਰੱਖਿਆ ਉਸਨੇ। ਇਹ ਗੱਲ ਤਾਂ ਬਹੁਤ ਦਿਨ ਪਹਿਲਾਂ ਵੀ ਆ ਗਈ ਸੀ ਵੀ ਕੋਈ ਸਿਗਨਲ ਐਪ ਆ ਉਹ ਉੱਥੇ ਯੂਜ਼ ਕਰਦੇ ਨੇ ਗੈਂਗਸਟਰ, ਤੇ ਉਹਦੇ ਰਾਹੀਂ ਇਹ ਗੱਲਾਂ ਬਾਤਾਂ ਕਰਦੇ ਨੇ। ਇੱਕ ਹਥਿਆਰਾਂ ਦੀ ਵੀ ਗੱਲ ਆਈ ਹੈ ਕਿ ਨੱਪ ਕੇ ਦੌੜ ਗਏ ਸੀ ਰਾਜ। ਇਹ ਵੀ ਆਈ ਹੈ ਜੀ, ਗੱਲਾਂ ਆਈਆਂ ਨੇ। ਅਸਲ ਵਿੱਚ ਤੋਂ ਸਾਰੀਆਂ ਗੱਲਾਂ, ਕਾਰਾਂ ਦਾ ਮਸਲਾ, ਇਹ ਜਿਹੜੀਆਂ ਚੀਜ਼ਾਂ ਹੈਲਪ ਕਰ ਰਹੀਆਂ ਨੇ ਨਾ ਇਨਵੈਸਟੀਗੇਟਿਵ ਏਜੰਸੀਆਂ ਨੂੰ, ਉਹ ਫੋਨ ਵਗੈਰਾ ਨੇ, ਰਸੀਦ ਮਿਲ ਗਈ ਹੈ ਤੇ ਕਾਰਾਂ ਦੀਆਂ ਰਜਿਸਟ੍ਰੇਸ਼ਨ ਪਲੇਟਾਂ ਨੇ। ਫਿਰ ਮੈਂ ਇੱਕ ਦਿਨ ਕੱਲ ਜਿਹੜੀ ਪਹਿਲੇ ਦਿਨ ਅਸੀਂ ਕੀਤੀ ਸੀ ਜਿਸ ਦਿਨ ਕਤਲ ਹੁੰਦਾ ਹੈ, ਤੇ ਉਸ ਤੋਂ ਅਗਲੇ ਦਿਨ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ, ਜੇ ਤੁਹਾਨੂੰ ਯਾਦ ਹੋਵੇ ਤੇ ਉਸ ਵਿੱਚ ਅਸੀਂ ਕਿਹਾ ਸੀ ਕਿ ਉਹ ਬਲੈਰੋ ਗੱਡੀ ਹੈ ਜੋ ਮੁੱਖ ਤੌਰ 'ਤੇ ਉਸ ਗੱਲ ਦੇ ਵਿੱਚ ਸ਼ਾਮਲ ਹੈ, ਤੇ ਜਿਹੜੀ ਹੁਣ ਵੀ ਕੇਂਦਰ ਦੇ ਵਿੱਚ ਹੈ, ਉਸ ਗੱਡੀ ਨੂੰ ਥਾਣੇ ਲਿਜਾ ਕੇ ਖੜਾ ਕੀਤਾ ਹੋਇਆ ਹੈ।
ਤੇ ਸਾਰੇ ਮੀਡੀਆ ਵਾਲੇ ਤੇ ਆਮ ਲੋਕ ਗੱਡੀ ਵਿੱਚ ਇਸ ਤਰ੍ਹਾਂ ਵੜ ਕੇ ਨਿਕਲ ਰਹੇ ਨੇ ਜਿਵੇਂ ਕੋਈ ਟੂਰਿਸਟ ਬੱਸ ਹੋਵੇ ਉਸ ਨੂੰ, ਤੇ ਉਸ ਦਾ ਫੋਰੈਂਸਿਕ ਐਵੀਡੈਂਸ ਤੇ ਬਹੁਤ ਜ਼ਿਆਦਾ ਬਾਰੀਕੀ ਨਾਲ ਸਾਂਭ ਕੇ ਰੱਖਣਾ ਚਾਹੀਦਾ ਸੀ। ਹੋਰ ਪਤਾ ਨਹੀਂ ਕਿਹੜਾ ਕਿਹੜਾ ਸਬੂਤ ਹੋ ਸਕਦਾ ਸੀ। ਜਿਹੜੇ ਵਿਅਕਤੀ ਬੈਠੇ ਹੋਣਗੇ ਉਹਨਾਂ ਦੇ ਫਿੰਗਰਪ੍ਰਿੰਟਸ ਉੱਥੇ ਸਾਰੇ ਕਿਤੇ ਲੱਗੇ ਹੋਣਗੇ, ਹਥਿਆਰ ਵੀ ਬਰਾਮਦ ਹੋ ਸਕਦੇ ਨੇ। ਪੁਲਿਸ ਲੱਗਦਾ ਹੈ ਕਿ ਇਸ ਕੇਸ ਨੂੰ ਕਰੈਕ ਕਰ ਲਵੇਗੀ, ਪਰ ਤਾਰਾਂ ਬਹੁਤ ਦੂਰ ਦੂਰ ਤੱਕ ਜੁੜੀਆਂ ਹੋਈਆਂ ਨੇ। ਹੁਣ ਇੱਕ ਜਿਹੜੀ ਟੈਕਨੀਕ ਹੈ ਜਿਸ ਦੇ ਜ਼ਰੀਏ ਝੂਠ ਫੰਡ ਦਾ ਇੱਕ ਜਿਹੜਾ ਤਰੀਕਾ ਲੱਭਿਆ ਹੈ ਪੁਲਿਸ ਨੇ ਤੇ ਇਨਵੈਸਟੀਗੇਟਿਵ ਏਜੰਸੀਆਂ ਨੇ, ਜਾਂਚ ਏਜੰਸੀਆਂ ਨੇ, ਉਹ ਹੈ ਕਿ ਆਮੋ ਸਾਹਮਣੇ ਬਿਠਾ ਕੇ ਉਹਨਾਂ ਤੋਂ ਸਵਾਲ ਕੀਤੇ ਜਾਂਦੇ ਨੇ, ਫਿਰ ਉਸ ਵਿੱਚੋਂ ਕਿਸੇ ਨਾ ਕਿਸੇ ਦਾ ਝੂਠ ਜਿਹੜਾ ਉਹ ਫੜਿਆ ਜਾਂਦਾ। ਇਸ ਵਿੱਚ ਐਡੀ ਵੱਡੀ ਤਰਾਸਦੀ ਤੋਂ ਬਾਅਦ ਇੱਕ ਮੈਂ ਸਮਝਦਾ ਕਿ ਇੱਕ ਠੀਕ ਠਾਕ ਗੱਲ ਜਿਹੜੀ ਆ ਅਸੀਂ ਜਿਸ ਤੇ ਤਸੱਲੀ ਪ੍ਰਗਟ ਕਰ ਸਕਦੇ ਹਾਂ ਉਹ ਇਹ ਹੈ, ਇੱਕ ਤਾਂ ਹੈ ਕਿ ਜਾਂਚ ਚੱਲ ਰਹੀ ਹੈ, ਦੂਸਰਾ ਇਸ ਮਾਮਲੇ ਦੇ ਵਿੱਚ ਇਹ ਕਹਿ ਸਕਦੇ ਕਿ ਇਹਨਾਂ ਵਿੱਚੋਂ ਬਹੁਤੇ ਪਹਿਲਾਂ ਹੀ ਕਾਨੂੰਨ ਦੀ ਗ੍ਰਿਫਤ ਵਿੱਚ ਨੇ, ਤਾਰਾਂ ਜੁੜ ਰਹੀਆਂ ਨੇ, ਪਰ ਫਿਰ ਉਂਗਲੀ ਸਾਰਿਆਂ ਤੇ ਉੱਠੇਗੀ। ਅਦਾਲਤਾਂ ਦੇ ਸ਼ਾਬਾਸ਼ ਹੈ ਜਿਨ੍ਹਾਂ ਨੇ ਉਸ ਨੂੰ ਪੰਜਾਬ ਲਿਆਉਣ ਦੀ ਇਜਾਜ਼ਤ ਦਿੱਤੀ ਹੈ ਤੇ ਹੋਰਨਾਂ ਨਾਲ ਵੀ ਉਸ ਨੂੰ ਪੂਰੀ ਇਜਾਜ਼ਤ ਮਿਲ ਰਹੀ ਹੈ। ਮੈਂ ਸਮਝਦਾ ਜੇ ਸਰਕਾਰਾਂ ਦੀ ਵਿਲ ਪਾਵਰ ਹੋਵੇ, ਜਿਸ ਵਿੱਚ ਕੇਂਦਰ ਸਰਕਾਰ ਸਭ ਤੋਂ ਪ੍ਰਮੁੱਖ ਤੌਰ ਤੇ ਹੋਮ ਮਿਨਿਸਟਰੀ ਹੈ, ਪੰਜਾਬ, ਹਰਿਆਣਾ, ਰਾਜਸਥਾਨ, ਸਾਰੇ ਜਿਹੜੇ ਨਾਲ ਲੱਗਦੇ ਸੂਬੇ ਨੇ, ਜੋਗੀਨਾਥ ਨੇ ਜਿਹੜੇ ਕੰਮ ਕੀਤੇ ਨੇ ਸਾਰਿਆਂ ਨੂੰ ਪਤਾ ਹੈ ਇਸ ਮਾਮਲੇ 'ਚ। ਸੋ ਸਾਰਿਆਂ ਦੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਤੇ ਰਿਜ਼ਲਟਸ ਜਿਹੜੇ ਨੇ ਉਹ ਬਿਹਤਰ ਆ ਸਕਦੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ ਜੀ। ਪੰਜਾਬ ਨਾਲ ਜੁੜੇ ਹੋਏ ਹੋਰ ਮੁੱਦਿਆਂ ਦੀ ਵੀ ਗੱਲਬਾਤ ਕਰਦੇ ਹਾਂ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ। ਜਲਦ ਹਾਜ਼ਰ ਹੁੰਨੇ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਜਦੋਂ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣਾ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕਹਿੰਦੇ ਸੀ ਕਿ ਇੱਕ ਪ੍ਰਾਈਵੇਟ ਬੱਸਾਂ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਸੀ ਜਿਹੜੀਆਂ ਦਿੱਲੀ ਏਅਰਪੋਰਟ ਨੂੰ ਜਾਂਦੀਆਂ ਸੀਗੀਆਂ, ਤੇ ਇਹ ਕਹਿੰਦੇ ਸੀ ਵੀ ਅਸੀਂ ਸਰਕਾਰੀ ਬੱਸਾਂ ਹੀ ਛੂਕੜ ਲਾਵਾਂਗੇ ਦਿੱਲੀ ਏਅਰਪੋਰਟ ਵੱਲ। ਖੈਰ, ਉਹਨਾਂ ਨੇ ਹਰੀ ਝੰਡੀ ਦੇਤੀ, ਲਾਤੀਆਂ। ਜਦੋਂ ਕੋਈ ਮਸਲਾ ਹੱਲ ਹੋ ਜਾਂਦਾ ਤੇ ਆਮ ਤੌਰ ਤੇ ਖਬਰਾਂ ਤੋਂ ਓਲੇ ਹੋ ਜਾਂਦਾ, ਪਰ ਸਰਕਾਰੀ ਬੱਸਾਂ ਫਿਰ ਚਰਚਾ 'ਚ ਨੇ। ਕਾਹਦੇ ਵਾਸਤੇ? ਪੰਜਾਬ ਦੀਆਂ ਫਨ ਬੱਸਾਂ ਜਿਹੜੀਆਂ ਨੇ ਉਹ ਚੱਲ ਪਈਆਂ ਨੇ ਦਿੱਲੀ ਨੂੰ, ਇਹ ਚੰਗੀ ਗੱਲ ਹੈ। ਮਸਲਾ ਹੱਲ ਨਹੀਂ ਹੋਇਆ, ਮੈਂ ਕਹਿ ਸਕਦਾ ਕਿ ਮਸਲੇ ਦਾ ਹੱਲ ਲੱਭਣ ਦਾ ਯਤਨ ਕੀਤਾ ਗਿਆ, ਪਰ ਵੱਡਾ ਮਸਲਾ ਜਿਹੜਾ ਨਾ ਉਹਨੂੰ ਡਿਸਕਸ ਕਰਦੇ ਹਾਂ ਬਾਅਦ ਵਿੱਚ। ਉਹ ਇਹੋ ਹੀ ਹੈ ਕਿ ਫਲਾਈਟਾਂ ਹੀ ਅਸਲੀ ਹੱਲ ਹੈ ਪੰਜਾਬ ਤੋਂ। ਸਾਨੂੰ ਦਿੱਲੀ ਸੁੱਖੀ ਹੋਈ ਹੈ ਜਾਣਾ ਉੱਥੇ। ਦਿੱਲੀ ਵਾਲੇ ਕਹਿੰਦੇ ਇੱਥੇ ਪੋਲੂਸ਼ਨ ਬਹੁਤ ਹੈ, ਆਹ ਗੱਡੀ ਨਹੀਂ 10 ਸਾਲ ਪੁਰਾਣੀ ਨਹੀਂ ਆ ਸਕਦੀ, ਆਹ ਨਹੀਂ ਆ ਸਕਦੀ, ਉਹ ਨਹੀਂ ਆ ਸਕਦੀ, ਤੇ ਫਿਰ ਅਸੀਂ ਕਿਉਂ ਜਾਣਾ ਉੱਥੇ? ਤੇ ਸਾਨੂੰ ਇੱਥੋਂ ਦਿਓ ਫਲਾਈਟਾਂ। ਚਲੋ, ਪਰ ਗੱਲ ਇਹ ਹੈ ਉਹ ਪਹਿਲੇ ਦਿਨ ਥੋੜ੍ਹੀ ਜਿਹੀ ਨਮੋਸ਼ੀ ਹੋਈ ਹੈ। ਅੰਮ੍ਰਿਤਸਰ ਤੋਂ ਜਿਹੜੀ ਬੱਸ ਜਾਣੀ ਸੀ ਉਸ ਲਈ ਸਿਰਫ ਇੱਕ ਬੁਕਿੰਗ ਆਈ ਤੇ ਉਹ ਵੀ ਕੈਂਸਲ ਕਰ ਦਿੱਤੀ ਗਈ ਕਿਉਂਕਿ ਸਵਾਰੀ ਇੱਕੋ ਸੀ, ਜਾਂ ਫਿਰ ਸਵਾਰੀ ਨੇ ਆਪਣਾ ਕੋਈ ਇੰਤਜ਼ਾਮ ਕਰ ਲਿਆ। ਹੁਣ ਇੱਥੇ ਹੀ ਮਜਬੂਰੀ ਹੈ, ਇੱਥੇ ਹੀ ਗਲਤੀ ਹੈ। ਹੋਵੇ ਅੰਮ੍ਰਿਤਸਰ ਸਾਹਿਬ ਤੇ ਉੱਥੇ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇ ਤੇ ਜਾਣਾ ਦਿੱਲੀ ਨੂੰ ਹੋਵੇ, ਤੇ 9-10 ਘੰਟੇ ਦਾ ਸਫ਼ਰ ਕਰਕੇ ਜਾਓਗੇ ਕਿ ਬਾਈ ਏਅਰ ਜਾਓਗੇ ਤੁਸੀਂ? ਉਹ ਸਿਸਟਮ ਨਹੀਂ ਕਾਇਮ ਹੋ ਸਕਿਆ। ਹੁਣ ਆਉਂਦੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲ। ਉਹ ਥੋੜ੍ਹਾ ਜਿਹਾ ਕ੍ਰੈਡਿਟ ਲੈਣ ਦਾ ਯਤਨ ਕਰ ਰਹੇ ਨੇ ਇਸ ਗੱਲ ਦੇ ਵਿੱਚੋਂ ਕਿ ਇਹ ਬੱਸਾਂ ਚਲਾਉਣ ਦੀ ਤੇ ਬੱਲੇ ਬੱਲੇ ਕੀਤੀ ਹੈ, ਹਰੀ ਝੰਡੀ ਦਿੱਤੀ, ਆਹ ਹੋ ਗਿਆ, ਉਹ ਹੋ ਗਿਆ, ਤੇ ਅਸੀਂ ਵੀ ਦੌੜ ਭੱਜ ਲਾਈ, ਤੇ ਭਗਵੰਤ ਮਾਨ ਨੇ ਧਵਾ ਵੀ ਲਾਤਾ, ਬੱਸਾਂ ਦੇ ਵਿੱਚ ਚੜ੍ਹ ਕੇ ਡਰਾਮੇ ਨਹੀਂ ਕਰੀਦੇ, ਅਸੀਂ ਕੰਮ ਕਰੀਦੇ ਆ। ਚਲੋ, ਉਹ ਹੁਣ ਬੋਲੇ ਨੇ ਉਹ ਇਹ ਕਹਿ ਕੇ ਕਿ ਮੈਂ ਵੀ ਗਿਆ ਸੀ ਅਰਵਿੰਦ ਕੇਜਰੀਵਾਲ ਦੇ ਕੋਲ ਕਿ ਸਾਨੂੰ ਦਿੱਲੀ ਏਅਰਪੋਰਟ ਤੱਕ ਬੱਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਅਸੀਂ ਵੀ ਸਰਕਾਰੀ ਬੱਸਾਂ ਦਿੱਲੀ ਏਅਰਪੋਰਟ ਤੱਕ ਲਾ ਸਕੀਏ। ਮੈਂ ਗੱਲ ਕਰਦਾ, ਇਸ ਤਰ੍ਹਾਂ ਦਾ ਮੌਕਾ ਕਿੰਨੇ ਸਾਲ ਰਿਹਾ ਕੇਂਦਰ ਦੇ ਵਿੱਚ? ਕੇਂਦਰ ਵਿੱਚ ਡਾਕਟਰ ਮਨਮੋਹਨ ਸਿੰਘ, ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਤੇ ਦਿੱਲੀ ਦੀ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਿਤ। ਬਹੁਤ ਸਾਲ ਇਸ ਤਰ੍ਹਾਂ ਰਿਹਾ। ਉਦੋਂ ਵੀ ਤਾਂ ਮੰਗ ਉੱਠਦੀ ਆ ਰਹੀ ਸੀ ਕਿ ਫਲਾਈਟਾਂ ਸ਼ੁਰੂ ਕਰੋ, ਪਰ ਨਹੀਂ, ਉਦੋਂ ਧਿਆਨ ਹੋਰ ਪਾਸੇ ਸੀ ਕਿ ਦਿੱਲੀ ਦੀ ਏਅਰਪੋਰਟ ਆ ਤੇ ਹੋਰ 3-4 ਏਅਰਪੋਰਟਾਂ ਭਾਰਤ ਦੀਆਂ ਜਿਹੜੀਆਂ ਨੇ ਪ੍ਰਾਈਵੇਟ ਕੰਪਨੀ ਨੂੰ ਦੇ ਦੇਣੀਆਂ ਨੇ। ਅਸੀਂ ਦੇ ਵੀ ਦਿੱਤੀਆਂ, ਤੇ ਉਹਨਾਂ ਕੰਪਨੀਆਂ ਨੂੰ ਫਿਰ ਫਾਇਦਾ ਕਿਵੇਂ ਹੋਵੇਗਾ ਕਿ ਵੱਧ ਤੋਂ ਵੱਧ ਏਅਰ ਟ੍ਰੈਫਿਕ ਉੱਥੇ ਹੋਵੇਗਾ। ਜਹਾਜ਼ ਜਿੰਨੇ ਵੱਧ ਆਉਣਗੇ, ਪੈਸੇਂਜਰ ਜਿੰਨੇ ਵੱਧ ਆਉਣਗੇ, ਓਨਾ ਫਾਇਦਾ ਹੋਵੇਗਾ। ਉਸ ਚੱਕਰ ਦੇ ਵਿੱਚ ਜਿੰਨੀਆਂ ਏਅਰਪੋਰਟ ਅਥਾਰਟੀ ਆਫ ਇੰਡੀਆ ਦੀਆਂ ਦੂਸਰੀਆਂ ਜਿਹੜੇ ਹਵਾਈ ਅੱਡੇ ਸੀ, ਉਹਨਾਂ ਪੱਟੀਆਂ 'ਤੇ ਕੋਈ ਜਹਾਜ਼ ਉਤਰ ਨਹੀਂ ਦਿੱਤਾ ਗਿਆ ਸੀ। ਤੇ ਜਿਹੜੀਆਂ ਫਲਾਈਟਾਂ ਚੱਲਦੀਆਂ ਸੀ ਉਹ ਵੀ ਬੰਦ ਹੋ ਗਈਆਂ। ਏਅਰ ਇੰਡੀਆ ਤਾਂ ਹੁਣ ਵਿੱਚ ਹੀ ਹੈ
ਕਿਉਂ ਨਹੀਂ ਉਸ ਦੀ ਫਲਾਈਟ ਜਿਹੜੀ ਸੀ ਇੰਗਲੈਂਡ ਨੂੰ, ਕੈਨੇਡਾ ਨੂੰ, USA ਨੂੰ, ਆਸਟ੍ਰੇਲੀਆ ਨੂੰ ਕਿਉਂ ਨਹੀਂ ਚਲਾਈ ਗਈ ਅੰਮ੍ਰਿਤਸਰ ਤੋਂ ਮੋਹਾਲੀ ਤੋਂ? ਕਾਂਗਰਸ ਕੋਲ ਇਸ ਗੱਲ ਦਾ ਜਵਾਬ ਹੈ। ਗੁਰਜੀਤ ਸਿੰਘ ਔਜਲਾ ਅੱਜ ਭਾਵੇਂ ਲੱਖ ਵਾਰੀ ਕਹਿੰਦੇ ਰਹਿਣ, ਕਹਿ ਲੈਣ, ਪਰ ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਸਭ ਕੁਝ ਆਪਣਾ ਸੀ, ਜਾਣ ਬੁੱਝ ਕੇ ਥੱਲੇ ਲਾਇਆ ਗਿਆ ਤੇ ਸਾਂਝ ਪੁਗਾਈ ਗਈ। ਨਾਲੇ ਰਾਜਾ ਵੜਿੰਗ ਕਦੋਂ ਗਏ ਨੇ ਕੇਜਰੀਵਾਲ ਦੇ ਕੋਲ? ਵੀਡੀਓ ਜਾਰੀ ਦਿਖਾਈ ਹੈ ਉਹਨਾਂ ਨੇ। ਇਹ ਤੇ ਉਸ ਦਿਨ ਗਏ ਨੇ ਜਿਸ ਦਿਨ ਉਹ ਟਰਾਂਸਪੋਰਟ ਮੰਤਰੀ ਬਣੇ ਨੇ। ਉਸ ਤੋਂ ਪਹਿਲੇ 4.5 ਸਾਲਾਂ ਦਾ ਹਿਸਾਬ ਕੌਣ ਦੇਵੇਗਾ? ਕਿ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲਾਂ ਵਿੱਚੋਂ ਤੁਸੀਂ 4 ਜਾਂ 5 ਜਾਂ 6 ਮਹੀਨਿਆਂ ਦਾ ਤੁਸੀਂ ਕਹਿ ਰਹੇ ਹੋ ਕਿ ਮੈਂ ਅਸੀਂ ਇਜਾਜ਼ਤ ਮੰਗੀ ਸੀ, ਦਿਨ ਗਿਆ ਬਨੇਰੇ ਸ਼ਰਮਿੰਦੀ ਚਰਖਾ ਫੇਰੇ। ਉਸ ਵੇਲੇ ਇਜਾਜ਼ਤ ਮਿਲ ਵੀ ਜਾਂਦੀ ਤੇ ਕੀ ਸੀ? ਉਦੋਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਪੰਜਾਬ ਵਿੱਚ ਜਿਹੜੀਆਂ ਭੱਜੀਆਂ ਟੁੱਟੀਆਂ ਬੱਸਾਂ ਨੇ ਰੋਡਵੇਜ਼ ਦੀਆਂ, ਉਹਨਾਂ 'ਤੇ ਕਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਘਰ ਘਰ ਚੱਲੀ ਗੱਲ, ਪੰਜਾਬ ਸਰਕਾਰ ਚੰਨੀ ਕਰਦਾ ਮਸਲੇ ਹੱਲ। ਉਹ ਪੋਸਟਰ ਲਾ ਲਈਏ, ਉਹ ਪੋਸਟਰ ਵੀ ਇਹੋ ਜਿਹਾ ਲਾਏ ਬੋਰਡ, ਉਹ ਇਲੈਕਸ਼ਨਾਂ ਖਤਮ ਹੋਈਆਂ ਤੇ ਨਾਲ ਹੀ ਆਪ ਹੀ ਉਤਰ ਗਏ। ਇੰਨੀ ਮਾੜੀ ਕੁਆਲਿਟੀ। ਜਿਸ ਬੱਸ ਦੀ ਬ੍ਰੇਕ ਲਾਈਟ ਨਹੀਂ ਤੁਸੀਂ ਪੰਜਾਬ 'ਚ ਲਾ ਸਕੇ, ਉਹਨੂੰ ਇੰਡੀਕੇਟਰ ਨਹੀਂ ਲਾ ਸਕੇ, ਸੀਟਾਂ ਸਭ ਸਬੂਤੀਆਂ ਨਹੀਂ ਸੀ, ਤੇ ਤੁਸੀਂ ਚਲਾਉਣੀਆਂ ਸੀ ਦਿੱਲੀ ਏਅਰਪੋਰਟ ਨੂੰ ਬੱਸਾਂ। ਇਹ ਮੈਂ ਸਮਝਦਾ ਕਿ ਸਿਰਫ ਉਹਨਾਂ ਨੇ ਕ੍ਰੈਡਿਟ ਜਿਹਾ ਲੈਣ ਦਾ ਯਤਨ ਕੀਤਾ, ਪਰ ਅਸਲੋਂ ਕਾਂਗਰਸ ਸਰਕਾਰ ਨੇ ਬਹੁਤ ਲੰਬਾ ਸਮਾਂ ਰਾਜ ਕੀਤਾ, ਕੇਂਦਰ ਵਿੱਚ ਵੀ ਤੇ ਪੰਜਾਬ ਵਿੱਚ ਵੀ। ਸਹੀ ਸੁਹਿਰਦ ਯਤਨ ਪੰਜਾਬੀਆਂ ਨੂੰ ਕਿਸੇ ਪਾਸੇ ਲਾਉਣ ਲਈ ਨਹੀਂ ਹੋਇਆ। ਇੱਥੇ ਮੈਂ ਕ੍ਰੈਡਿਟ, ਭਾਵੇਂ ਤੁਸੀਂ 20 ਗੱਲਾਂ ਕਰ ਲਓ, ਬਲਵੰਤ ਸਿੰਘ ਰਾਮੋਵਾਲੀਆ ਨੂੰ ਮੈਂ ਥੋੜ੍ਹਾ ਜਿਹਾ ਕ੍ਰੈਡਿਟ ਦੇਣਾ ਚਾਹਾਂਗਾ। ਦਿੱਲੀ ਦੀ ਏਅਰਪੋਰਟ 'ਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਇੰਨੀ ਵੱਡੀ ਲੁੱਟ ਖਸੁੱਟ ਹੁੰਦੀ ਰਹੀ ਹੈ ਪੰਜਾਬੀਆਂ ਦੀ। ਲੁੱਟ ਖਸੁੱਟ ਮੈਂ ਲਫ਼ਜ਼ ਵਰਤਿਆ, ਇਹ ਬਿਲਕੁਲ ਸਹੀ ਹੈ। ਜੇਬ 'ਚੋਂ ਪੈਸੇ ਕੱਢਣ ਵਾਲੀ ਗੱਲ ਹੈ। ਉਹ ਬਲਵੰਤ ਸਿੰਘ ਰਾਮੋਵਾਲੀਆ ਦੇ ਸਮੇਂ 'ਤੇ ਥੋੜ੍ਹੀ ਜਿਹੀ ਠੱਲ ਪਈ ਸੀ, ਜਦੋਂ ਇੰਦਰ ਕੁਮਾਰ ਗੁਜਰਾਲ, ਦੇਵੇ ਗੌੜਾ ਤੇ ਉਹ ਚੰਦਰ ਸ਼ੇਖਰ ਵਗੈਰਾ ਦੀਆਂ ਸਰਕਾਰਾਂ ਆਈਆਂ। ਉਸ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਸੀ, ਧੱਕੇ ਵੀ ਸੀ, ਮਾੜੇ ਹਾਈਵੇ ਹੈ, ਔਰ ਹੁਣ ਕਿੰਨੇ ਟੋਲ ਜਿਹੜੇ ਨੇ ਉਹ ਦੇ ਕੇ ਜਾਂਦੇ ਨੇ। ਰਸਤੇ ਵਿੱਚ ਬਿਜ਼ਨਸ ਚੱਲ ਰਹੇ ਨੇ, ਉੱਥੇ ਮਜਬੂਰੀ ਬਸ ਰੁਕਣਾ ਪੈਂਦਾ ਸਾਰਿਆਂ ਨੂੰ। ਦਿੱਲੀ ਦੀ ਪੋਲੂਸ਼ਨ ਹੈ, ਅਸੀਂ ਵੀ ਉਸ ਵਿੱਚ ਵਾਧਾ ਕਰ ਰਹੇ ਹਾਂ ਜਾ ਕੇ। ਉਹ ਅਲੱਗ ਪਿੱਟੀ ਜਾਂਦੇ ਨੇ, ਅਲੱਗ ਪਿੱਟੀ ਜਾਂਦੇ ਨੇ। ਇਹ ਰੋਡਵੇਜ਼ ਦੀਆਂ ਬੱਸਾਂ ਹੁਣ ਜਾ ਰਹੀਆਂ ਨੇ, ਏਅਰਪੋਰਟ 'ਤੇ ਗਈਆਂ ਨੇ, ਸਵਾਰੀਆਂ ਨੇ ਕੁਝ ਉੱਥੋਂ ਜਾ ਕੇ ਵੀਡੀਓ ਵਗੈਰਾ ਵੀ ਪਾਈਆਂ ਨੇ ਕਿ ਆਹ ਦੇਖੋ ਅਸੀਂ ਪਹੁੰਚੇ ਹਾਂ। ਪਰ ਫਿਰ ਮੈਂ ਸਵਾਲ ਇਹ ਖੜਾ ਕਰਦਾ, ਪੰਜਾਬ ਸਰਕਾਰ ਨੂੰ ਕੁਆਲਿਟੀ 'ਤੇ ਧਿਆਨ ਦੇਣਾ ਪਏਗਾ। ਆਮ ਤੌਰ 'ਤੇ ਸਰਕਾਰਾਂ ਦੇ ਪਿਛਲੇ ਕੰਮਾਂ ਦੇ ਵਿੱਚ ਵੇਖਿਆ ਗਿਆ ਕਿ ਕੰਮ ਸ਼ੁਰੂ ਕੀਤੇ ਜਾਂਦੇ ਨੇ ਵਧੀਆ, ਪਰ ਉਸ ਦੀ ਕੁਆਲਿਟੀ ਫਿਰ ਇੱਕਦਮ ਡਾਊਨ ਆ ਜਾਂਦੀ ਹੈ। ਸਮਾਂ ਪਾ ਕੇ ਉਸ ਦੇ ਪੱਲੇ ਕੁਝ ਰਹਿੰਦਾ ਨਹੀਂ। ਹਰ ਸਾਲ ਅਸੀਂ ਸੁਣਦੇ ਹਾਂ ਨਵੀਆਂ ਬੱਸਾਂ, ਨਵੀਆਂ ਐਂਬੂਲੈਂਸ, ਨਵਾਂ ਫਲਾਨਾ। ਪੁਰਾਣਾ ਕਿੱਥੇ ਜਾਂਦਾ? ਉਹ ਫਿਰ ਖੇ ਸਵਾਹ ਹੋ ਜਾਂਦਾ। ਇੱਕ ਫਿਰ ਲਫ਼ਜ਼ ਮੈਂ ਠੀਕ ਕਰ ਦੇਵਾਂ, ਵੋਲਵੋ ਬੱਸਾਂ ਲਫ਼ਜ਼ ਨਹੀਂ ਵਰਤਣਾ ਚਾਹੀਦਾ, ਲਗਜ਼ਰੀ ਬੱਸਾਂ ਕਹਿ ਸਕਦੇ ਹਾਂ। ਜੀ, ਜਾਂਦੇ ਗੱਲ ਕੇਂਦਰੀ ਮੁੱਦੇ ਦੀ ਕਰਦੇ ਹਾਂ। ਜਿਸ ਦਿਨ ਦਾ ਸਰਕਾਰ ਨੇ ਅਗਨੀਪਥ ਸਕੀਮ ਦਾ ਐਲਾਨ ਕੀਤਾ, ਅਸੀਂ ਲਗਾਤਾਰ ਆਪਣੇ ਪ੍ਰੋਗਰਾਮਾਂ 'ਚ ਇਸ ਮੁੱਦੇ ਦੀ ਜਿਹੜੀ ਗੱਲ ਕਰ ਰਹੇ ਹਾਂ। ਹੁਕਮਰਾਨ ਨੇ ਆਪਣਾ ਫੈਸਲਾ ਸੁਣਾਤਾ, ਲੋਕਾਂ ਨੂੰ ਪਸੰਦ ਨਹੀਂ ਆਇਆ। ਨੌਜਵਾਨ ਰੋਸ ਪ੍ਰਦਰਸ਼ਨ ਕਰ ਰਹੇ ਨੇ, ਰੇਲ ਗੱਡੀਆਂ ਨੂੰ ਅੱਗਾਂ ਲਗਾ ਰਹੇ ਨੇ, ਉਹਨਾਂ ਨੂੰ ਨਹੀਂ ਇਹ ਫੈਸਲਾ ਪਸੰਦ। ਤੇ ਸਵਾਲ ਦੂਜਾ ਮੇਰਾ ਇਹ ਵੀ ਹੈ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਇਹਨਾਂ ਨੂੰ ਕੋਈ ਫਿਕਰ ਨਹੀਂ ਇਸ ਚੀਜ਼ ਦੀ, ਇਹ ਬੋਲੇ ਹੀ ਨਹੀਂ। ਬੋਲੇ ਨੇ, ਥੋੜ੍ਹੇ ਬੋਲੇ ਨੇ। ਇੱਕ ਤਾਂ ਗੱਲ ਇਹ ਹੈ, ਮੈਂ ਇਸ ਗੱਲ ਤੋਂ ਮੁਕਰਾਂਗਾ ਨਹੀਂ ਕਿ ਅਸੀਂ ਆਪਣੇ ਪਹਿਲੇ ਪ੍ਰੋਗਰਾਮ ਦੇ ਵਿੱਚ ਜਦੋਂ ਅਗਨੀਪਥ ਸਕੀਮ ਦੇ ਬਾਰੇ ਆਇਆ ਕਿ ਅਸੀਂ ਵੀ ਇਸ ਦੀ ਸਿਫਤ ਕੀਤੀ, ਕਿਉਂਕਿ ਪਹਿਲੀ ਨਜ਼ਰੇ ਇਹ ਤੁਹਾਨੂੰ ਦੇਖਣ ਨੂੰ ਠੀਕ ਲੱਗਦਾ ਜੀ। ਫਿਰ ਜਦੋਂ ਤੁਸੀਂ ਇਸ ਨੂੰ ਬਾਰੀਕੀ ਨਾਲ ਪੜ੍ਹਦੇ ਹੋ, ਇਸ ਦੀਆਂ ਸ਼ਰਤਾਂ ਸਾਰੀਆਂ ਦੇਖਦੇ ਹੋ, ਤੇ ਫਿਰ ਜਿਹੜੀਆਂ ਗੱਲਾਂ ਕੁਝ ਮਾਹਿਰ ਜਿਹੜੀਆਂ ਕਰਦੇ ਨੇ, ਖਾਸ ਤੌਰ 'ਤੇ ਤੁਸੀਂ ਕਹਿ ਕਿ ਨੌਜਵਾਨ ਉਤਰੇ ਨੇ, ਸਾਡੇ ਨੌਜਵਾਨ ਸੜਕਾਂ 'ਤੇ ਭਾਵੇਂ ਉਤਰੇ ਹੋਣਗੇ, ਪਰ ਆਵਾਜ਼ ਵੈਟਰਨ ਜਿਹੜੇ ਨੇ ਉਹਨਾਂ ਨੇ ਉਠਾਈ। ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਉਹਨਾਂ 'ਚ, ਜਿਹੜੇ ਪੁਰਾਣੇ ਫੌਜੀ ਨੇ ਤੇ ਮਾਹਿਰ ਨੇ। ਕੁਝ ਇੱਕ ਨੇ ਸਪੋਰਟ ਵੀ ਕੀਤੀ ਹੈ, ਪਰ ਜ਼ਿਆਦਾ ਇਸ ਦੇ ਵਿਰੋਧ ਨੇ, ਜਿਹੜੇ ਬਹੁਤ ਖਾਸ ਮੁੱਦਿਆਂ 'ਤੇ ਕੇਂਦਰ ਸਰਕਾਰ ਦੀ ਪਿੱਠ ਥਾਪੜਦੇ ਰਹੇ ਨੇ, ਬੁਲਾਰੇ ਬਣ ਕੇ ਕੇਂਦਰ ਸਰਕਾਰ ਦੇ ਔਰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਆਵਾਜ਼ ਉਹ ਲੋਕ ਬਣੇ ਨੇ। ਉਹਨਾਂ ਨੇ ਇੱਥੇ ਵਿਰੋਧਤਾ ਕੀਤੀ ਹੈ। ਅਗਨੀਪਥ ਨਾਮ ਰੱਖ ਲਿਆ, ਪਰ ਇਸ ਨੇ ਜਨਮ ਜਿਹੜਾ ਅੱਗ ਨੂੰ ਦਿੱਤਾ ਹੈ। ਬਿਹਾਰ, ਯੂਪੀ, ਦਿੱਲੀ, ਹਰਿਆਣੇ ਦੇ ਵਿੱਚ ਬਹੁਤ ਹਿੰਸਕ ਮੁਜ਼ਾਹਰੇ ਹੋਏ ਨੇ। ਹਰਿਆਣੇ ਦੇ ਵਿੱਚ 1000 ਤੋਂ ਵੱਧ ਕੇਸ ਦਰਜ ਹੋ ਗਏ ਨੇ ਮੁਜ਼ਾਹਰਾਕਾਰੀਆਂ 'ਤੇ। ਮੈਂ ਥੋੜ੍ਹਾ ਜਿਹਾ ਪਿੱਛੇ ਜਾਣਾ ਚਾਹਾਂਗਾ। ਮੈਂ ਕਾਫੀ ਮੀਡੀਆ ਫੋਲ ਕੇ ਵੇਖਿਆ, ਉਹ ਘਟਨਾਵਾਂ ਦੀ ਰਿਪੋਰਟ ਦੇ ਰਹੇ ਨੇ, ਪਰ ਜਿਸ ਤਰ੍ਹਾਂ 26 ਜਨਵਰੀ ਦੀ ਉਸ ਟਰੈਕਟਰ ਪਰੇਡ ਨੂੰ ਤੇ ਕਿਸਾਨਾਂ ਨੂੰ ਭੰਡਿਆ ਗਿਆ, ਉਸ ਤਰ੍ਹਾਂ ਦੇ ਲਫ਼ਜ਼ ਮੈਨੂੰ ਸੁਣੇ ਨਹੀਂ। ਜੇ ਦੰਗਾਈ ਨਹੀਂ, ਜੇ ਅੱਤਵਾਦੀ ਹੈ, ਖਾਲਿਸਤਾਨੀ, ਤੇ ਪਤਾ ਨਹੀਂ ਉਹਨਾਂ ਨੂੰ ਕੀ ਕਹਿ ਕੇ ਭੰਡਿਆ ਗਿਆ ਸੀ। ਇਹ ਜਿਹੜੀਆਂ ਅੱਜ ਘਟਨਾਵਾਂ ਹੋ ਰਹੀਆਂ ਨੇ, ਉਸ ਦੇ ਚੌਥੇ ਹਿੱਸੇ ਵਿੱਚ ਵੀ ਨਹੀਂ, ਬਲਕਿ ਕਿਸੇ ਹਿੱਸੇ ਵਿੱਚ ਵੀ ਨਹੀਂ, ਸੱਚ ਪੁੱਛੋ ਤਾਂ। ਚਲੋ ਮਾੜੀ ਗੱਲ ਹੈ। ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਖੜੀਆਂ ਰੇਲ ਗੱਡੀਆਂ ਨੂੰ ਜਾਂ ਚੱਲਦੀਆਂ ਨੂੰ ਰੋਕ ਕੇ
ਚੰਗੀਆਂ ਚੰਗੀਆਂ ਜਿਹੜੀਆਂ ਦੂਰ ਪਾਰ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਸਵਾਰੀਆਂ ਨੂੰ ਵਿੱਚੋਂ ਕੱਢ ਕੇ ਅੱਗ ਲਾ ਦਿੱਤੀ ਗਈ ਹੈ। ਬਹੁਤ ਵੱਡਾ ਵੈਲਥ ਦਾ ਨੁਕਸਾਨ ਹੈ। ਜਦੋਂ ਕੋਈ ਇਸ ਲੈਵਲ 'ਤੇ ਆਉਂਦਾ ਗੱਲ ਤਾਂ ਕੋਈ ਵਿੱਚੋਂ ਹੋਵੇਗੀ, ਪਰ ਪੰਜਾਬੀਆਂ ਦੇ ਸਿਰ ਜਿਹੜਾ ਮੈਂ ਪਹਿਲਾਂ ਦੱਸਿਆ ਸੀ ਉਹ ਇਲਜ਼ਾਮ ਲੱਗਾ, ਇਹ ਹੁਣ ਹਰਿਆਣੇ ਵਿੱਚ ਅੱਜ ਦੇ ਕੇਸ ਦਰਜ ਹੋਏ ਨੇ। ਇਸ ਤੋਂ ਪਹਿਲਾਂ ਵੀ ਇੱਕ ਅੰਦੋਲਨ ਹੋਇਆ ਸੀ। ਉਹ ਅੰਦੋਲਨ ਕਾਹਦਾ ਸੀ? ਉਹ ਸੀ ਜਾਟ ਅੰਦੋਲਨ। ਉਸ ਵਿੱਚ ਕਿੰਨੇ ਕੇਸ ਦਰਜ ਹੋਏ, ਕਿੰਨੇ ਨੂੰ ਸਜ਼ਾ ਹੋਈ ਹੈ? ਚਲੋ ਹੁਣ ਇਸ ਵੇਲੇ ਜਿਹੜੇ ਇਹ ਮੁੱਦੇ ਉੱਠ ਰਹੇ ਨੇ ਉਹ ਕਿਹੜੇ ਕਿਹੜੇ ਨੇ? ਇੱਕ ਤਾਂ ਇਹ ਹੈ ਕਿ ਜਦੋਂ ਕੋਈ ਵਿਅਕਤੀ 4 ਸਾਲ ਫੌਜ ਦੇ ਵਿੱਚ ਲਾ ਕੇ ਟ੍ਰੇਨਿੰਗ ਵਗੈਰਾ ਲੈ ਕੇ ਤੇ ਚੌਥਾ ਹਿੱਸਾ ਭਰਤੀ ਹੋ ਜਾਣਗੇ, ਬਾਕੀ ਦੇ 3 ਹਿੱਸੇ ਜਦੋਂ ਆਉਣਗੇ ਘਰ ਨੂੰ ਤੇ ਉਹਨਾਂ ਵਾਸਤੇ ਕਿਹੜੀ ਨੌਕਰੀ ਹੋਵੇਗੀ? ਕਿ ਉਹਨਾਂ ਨੂੰ ਪੜ੍ਹਨਾ ਪਏਗਾ, ਕਿ ਉਹਨਾਂ ਨੂੰ ਕੋਈ ਹੋਰ ਟ੍ਰੇਨਿੰਗ ਲੈਣੀ ਪਏਗੀ? ਕਿਉਂਕਿ ਉਹਨਾਂ ਕੋਲ ਤਾਂ ਖਾਸ ਫੌਜ ਦੀ ਟ੍ਰੇਨਿੰਗ ਹੋਵੇਗੀ। ਉਹ ਫਿਰ ਕੀ ਕਰਨਗੇ? ਜਦੋਂ ਉਹ ਹੋਰ ਕੋਈ ਟ੍ਰੇਨਿੰਗ ਲੈਣਗੇ ਜਾਂ ਪੜ੍ਹਨਗੇ ਤਾਂ ਫਿਰ ਬਾਕੀ ਨਾਲੋਂ ਪਿੱਛੇ ਨਹੀਂ ਰਹਿ ਜਾਣਗੇ। ਸਰਮਾਇਆ ਉਹਨਾਂ ਕੋਲ ਕੋਈ ਹੈ ਨਹੀਂ, ਜੀਵਨ ਦੀ ਸਿਕਿਉਰਿਟੀ ਤਾਂ ਹੈ ਨਹੀਂ, ਉਹੀ 10-11 ਲੱਖ ਰੁਪਇਆ ਜਿਹੜਾ ਮਿਲਣਾ ਉਹੀ ਹੈ, ਤੇ ਉਹ ਅੱਜ ਕੱਲ੍ਹ ਕੀ ਖੋਂਦਾ। ਦੂਸਰੀ ਗੱਲ ਇਹ, ਮਾਹਿਰਾਂ ਨੇ ਕਿਸੇ ਨੇ ਇਹ ਗੱਲ ਆਖੀ ਹੈ ਕਿ ਜਦੋਂ ਇੱਕ ਨੌਜਵਾਨ ਕੋਲ ਰੁਜ਼ਗਾਰ ਨਹੀਂ ਹੋਵੇਗਾ, ਉਸਨੂੰ ਅੱਗੇ ਦਿਸਦਾ ਕੁਝ ਨਹੀਂ ਹੋਵੇਗਾ, ਉਸ ਕੋਲ ਹਥਿਆਰਾਂ ਦੀ ਟ੍ਰੇਨਿੰਗ ਹੋਵੇਗੀ, ਉਹ ਕਿੱਧਰ ਨੂੰ ਇਸ਼ਾਰਾ ਕਰਦਾ? ਇਸ ਗੱਲ ਵੱਲ ਵੀ ਸੋਚਣ ਦੀ ਲੋੜ ਹੈ। ਦੂਸਰੀਆਂ ਨੌਕਰੀਆਂ ਦੇ ਵਿੱਚ ਰਾਖਵਾਂ ਕਰਨ ਉਹ ਕਿਸ ਹਿਸਾਬ ਨਾਲ ਮਿਲੇਗਾ? ਕਿਤੇ ਉਹ ਗੱਲ ਤਾਂ ਨਾ ਹੋਵੇਗੀ ਜਿਵੇਂ ਕਈ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ, ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਵਿਦਿਆਰਥੀਆਂ ਦੀ ਕਹਿੰਦੇ ਨੇ ਕਿ ਕੀ ਉਹ ਪਲੇਸਮੈਂਟ ਹੋ ਜਾਂਦੀ ਹੈ ਜੀ, ਤੇ ਮਗਰੋਂ ਕਾਲ ਚੌਥਾ ਹਿੱਸਾ ਨੂੰ ਵੀ ਨਹੀਂ ਆਉਂਦੀ। ਉਹ ਇਹ ਵੀ ਸਾਨੂੰ ਸੋਚਣਾ ਪਏਗਾ ਕੱਲ੍ਹ ਨੂੰ ਉੱਥੇ ਰੁਜ਼ਗਾਰ ਅਸਲ ਗੱਲ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਇਹ ਕੰਮ ਚੱਲ ਪਿਆ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਲੌਂਗ ਟਰਮ ਜਿਹੜੇ ਬੈਨੀਫਿਟਸ ਹੁੰਦੇ ਨੇ ਆਪਣੇ ਸਿਟੀਜ਼ਨ ਨੂੰ, ਨਾਗਰਿਕਾਂ ਨੂੰ ਦੇਣੇ ਹੁੰਦੇ ਨੇ, ਉਸ ਤੋਂ ਪੈਰ ਪਿਛਾਂਹ ਖਿੱਚਦੀਆਂ ਜੀ। ਇਹ ਦੁਨੀਆ ਭਰ ਵਿੱਚ ਕੰਮ ਹੋ ਰਿਹਾ। USA ਦੇ ਵਿੱਚ ਵੱਡੀਆਂ ਬਿਗ 3 ਜਿਹਨਾਂ ਨੂੰ ਆਖਿਆ GM, ਫੋਰਡ ਤੇ ਕ੍ਰਾਈਸਲਰ, ਉਹਨਾਂ 'ਚ ਵੱਡੀ ਪ੍ਰੋਬਲਮ ਸੀ ਕਿ ਉਹ ਪੁਰਾਣੇ ਇੰਪਲੋਇਜ਼ ਦੀ ਪੈਨਸ਼ਨ ਵਗੈਰਾ ਤੇ ਹੋਰ ਬੈਨੀਫਿਟਸ ਵਗੈਰਾ ਉਹਨਾਂ ਨੇ ਦੇਣ ਤੋਂ ਨਾ ਕਰ ਦਿੱਤੀ ਕਿ ਅਸੀਂ ਨਹੀਂ ਦੇ ਸਕਦੇ। ਸਰਕਾਰਾਂ ਨੇ ਫਿਰ ਇੰਟਰਵੀਨ ਕੀਤਾ। ਹੁਣ ਜਿਹੜੇ ਨਵੇਂ ਕੰਟਰੈਕਟ ਹੋ ਰਹੇ ਨੇ ਉਹਨਾਂ ਵਿੱਚ ਉਹ ਗੱਲਾਂ ਨਹੀਂ ਨੇ, ਉਹ ਥੋੜ੍ਹੀਆਂ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਨੇ ਦੁਨੀਆ ਦੇ ਵਿੱਚ, ਜਦੋਂ ਪੁਰਾਣਿਆਂ ਨੂੰ ਸਮਝਿਆ ਜਾਂਦਾ ਕਿ ਚਲੋ ਇਹਨਾਂ ਨਾਲ ਤਾਂ ਕਿਸੇ ਤਰੀਕੇ ਨਿਭਾ ਨਭੂ ਲਵਾਂਗੇ, ਗਾਂਹ ਵਾਸਤੇ ਆਪਣੀ ਜਾਨ ਤਾਂ ਛੁਡਾਈਏ। ਕਾਂਗਰਸ ਨੇ ਇਹਨੂੰ ਇਸ ਤਰ੍ਹਾਂ ਆਖਿਆ ਕਿ ਇਹ ਪੈਸੇ ਬਚਾਉਣ ਦਾ ਬਹੁਤ ਸੋਹਣਾ ਤਰੀਕਾ ਹੈ, ਪਰ ਸੁਰੱਖਿਆ ਦੇ ਮਾਮਲੇ ਵਿੱਚ ਇਸ ਤੋਂ ਬੇਵਕੂਫਾਂ ਵਾਲਾ ਤਰੀਕਾ ਹੋਰ ਕੋਈ ਨਹੀਂ ਹੈ। ਹੁਣ 4 ਸਾਲ ਵਾਲੀ ਕਿਹੜੀ ਨੌਕਰੀ ਹੁੰਦੀ ਹੈ? 10-11 ਲੱਖ ਵਿੱਚ ਜੇ ਤੁਸੀਂ ਦੇਣਾ ਹੀ ਹੈ ਤੇ ਉਹਨਾਂ ਦੀ ਟ੍ਰੇਨਿੰਗ ਤੇ ਐਜੂਕੇਸ਼ਨ ਤੇ ਖਰਚੋ। ਜਿਸ ਤਰ੍ਹਾਂ ਦੀ ਟ੍ਰੇਨਿੰਗ ਉਹ ਲੈਣਾ ਚਾਹੁੰਦੇ ਨੇ ਉਹ ਲੈਣ ਦਿਓ। ਜੇ ਉਹਨੇ ਦੇਸ਼ ਦੀ ਰਾਖੀ ਨਹੀਂ ਕਰ ਸਕਣੀ ਇਸ ਸਮੇਂ ਦੇ ਦੌਰਾਨ, ਤੇ ਫਿਰ ਕੱਲੀ ਫੌਜ ਦੀ ਟ੍ਰੇਨਿੰਗ ਦੇ ਕੇ ਕੀ ਲੈਣਾ? ਤੁਸੀਂ ਉਹਨਾਂ ਨੂੰ ਟੈਕਨੀਕਲ ਟ੍ਰੇਨਿੰਗ ਦੇ ਦਿਓ, ਕਿਸੇ ਨੂੰ ਕੋਈ ਮੈਡੀਕਲ ਪੈਰਾ ਜਿਹੜੀਆਂ ਹੁੰਦੀਆਂ ਨੇ ਛੋਟੀਆਂ ਪੋਸਟਾਂ ਉਹਨਾਂ ਦੀ ਦਿਓ। 500 ਟ੍ਰੇਡ ਨੇ, ਉਹਨਾਂ ਦੀ ਟ੍ਰੇਨਿੰਗ ਕਿਉਂ ਨਹੀਂ ਦਿੰਦੇ ਤੁਸੀਂ? ਫੌਜ ਨਾਲ ਫਿਰ ਕਿਉਂ ਜੋੜਿਆ ਜਾਂਦਾ ਜੀ? ਹੁਣ ਕੀ ਇਹ ਨਹੀਂ ਦੱਸਿਆ ਗਿਆ ਕਿ ਇੱਕ ਹੋਰ ਗੱਲ ਇਸ ਦੇ ਵਿੱਚ ਜਿਹੜੀ ਘਾਟ ਆਉਂਦੀ ਹੈ ਕਿ ਫੌਜ ਦਾ ਬਜਟ ਜਿਹੜਾ ਐਗਜ਼ਿਸਟਿੰਗ ਬਜਟ ਹੈ ਉਸ ਵਿੱਚ ਹਰ ਸਾਲ ਕਦੀ 5% 10% ਦਾ ਵਾਧਾ ਹੁੰਦਾ ਹੈ। ਜਿਵੇਂ ਚੀਨ ਨੇ ਬਹੁਤ ਵੱਡਾ ਵਾਧਾ ਕੀਤਾ ਹੋਇਆ, ਕਿ ਉਸ ਵਿੱਚ ਇਹ ਸਾਰੀਆਂ ਚੀਜ਼ਾਂ ਦੀ ਭਰਤੀ ਲਈ ਤੇ ਹੋਰ ਕੰਮ ਲਈ ਉਹ ਉਸ ਵਿੱਚ ਕੋਈ ਵਾਧਾ ਕੀਤਾ ਜਾਵੇਗਾ? ਕੋਈ ਬਹੁਤੀ ਜਾਣਕਾਰੀ ਨਹੀਂ ਹੈ, ਬਹੁਤੀ ਬਰੀਕੀ ਨਾਲ ਨਹੀਂ, ਕੋਈ ਕੰਕਰੀਟ ਗੱਲ ਨਹੀਂ ਹੈ, ਮੋਟੀ ਮੋਟੀ ਹੋ ਸਕਦੀ ਹੈ। ਹੁਣ ਪਹਿਲੀ ਨਜ਼ਰ 'ਚ ਇਹ ਠੀਕ ਲੱਗਦਾ, ਅਸਲ ਵਿੱਚ ਇਸ ਦੇ ਵਿੱਚ ਕਾਫੀ ਸਾਰੀਆਂ ਊਣਤਾਈਆਂ ਨੇ ਜਿਸ ਦੇ ਖਿਲਾਫ ਬੜੇ ਬੜੇ ਮਾਹਿਰ ਖੜੇ ਹੋਏ ਨੇ। ਪਰ ਸਰਕਾਰ ਜਿਵੇਂ ਕਹਿੰਦੇ ਨੇ ਕਿ ਉਹਨਾਂ ਕੋਲ ਭਾਈ ਵੱਡੀ ਮੈਜੋਰਿਟੀ ਹੈ, ਤੇ ਉਹ ਤਾਂ ਕਹਿੰਦੇ ਨੇ ਕਿ ਜੋ ਸਾਡੇ ਸਾਹਮਣੇ ਆ ਗਿਆ ਅਸੀਂ ਰੋਕਾਂਗੇ ਨਹੀਂ। ਜਿਸ ਤਰ੍ਹਾਂ ਨੋਟਬੰਦੀ ਦਾ ਫੈਸਲਾ ਹੋਇਆ, ਜ਼ੋਰ ਸ਼ੋਰ ਨਾਲ ਲਾਗੂ ਕੀਤਾ, GST ਤੇ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਫੈਸਲੇ ਹੋਏ, 370 ਆਰਟੀਕਲ, ਖੇਤੀ ਕਾਨੂੰਨਾਂ ਵਾਲਾ ਇੱਕ ਸਟੈਪ ਸੀ ਜਿਹੜਾ ਬੈਕ ਲੈਣਾ ਪਿਆ। ਪਰ ਇਸ ਮਾਮਲੇ ਦੇ ਵਿੱਚ ਸਾਬਕਾ ਫੌਜੀ, ਆਮ ਲੋਕ, ਨੌਜਵਾਨ, ਰਾਕੇਸ਼ ਟਕੈਤ ਵਰਗੀਆਂ ਹੋਰ ਕਿਸਾਨ ਜਥੇਬੰਦੀਆਂ ਇਹ ਇਸ ਵਿੱਚ ਉੱਠ ਖਲੋਈਆਂ ਨੇ, ਵਿਰੋਧੀ ਧਿਰਾਂ ਵੀ ਉੱਠ ਖਲੋਈਆਂ ਨੇ। ਕਿਤੇ ਇਹ ਨਾ ਹੋਵੇ ਕਿ 1.5 ਕੁ ਸਾਲ ਦੇ ਵਿੱਚ ਇਹ ਚੋਣ ਮੁੱਦਾ ਬਣ ਜਾਵੇ। ਸੋ ਇਹ ਧਿਆਨ ਰੱਖਣਾ ਪਏਗਾ ਸਰਕਾਰ ਨੂੰ। ਕਈ ਵਾਰੀ ਇੱਕ ਸਟੈਪ ਜਿਹੜਾ ਹੈ ਉਹ ਪਿਛਾਂਹ ਨੂੰ ਲੈ ਜਾਂਦਾ। ਸੋ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਸ 'ਤੇ ਸਰਕਾਰ ਨੇ ਫਿਰ ਉਹੀ ਗੱਲ ਕਿ ਇੱਕ ਸ਼ਰਤ ਜਿਹੜੀ ਨਰਮ ਕੀਤੀ ਕਿ ਥੋੜ੍ਹਾ ਜਿਹਾ ਉਮਰ ਦਾ ਹੱਦ ਨੂੰ ਘਟਾਇਆ ਵਧਾਇਆ ਜੀ। ਇਹਦਾ ਮਤਲਬ ਇਹ ਹੈ ਕਿ ਪਹਿਲਾਂ ਪੂਰੀ ਸਟੱਡੀ ਨਹੀਂ ਕੀਤੀ ਗਈ। ਉਹੀ ਖੇਤੀ ਕਾਨੂੰਨਾਂ ਵਾਲੀ ਗੱਲ ਕਿ ਤੁਸੀਂ ਆਓ ਸਾਡੇ ਨਾਲ ਬੈਠ ਕੇ ਗੱਲ ਕਰੋ, ਤੇ ਖੇਤੀ ਕਾਨੂੰਨਾਂ ਵਿੱਚ ਜਿਹੜੀਆਂ ਊਣਤਾਈਆਂ ਨੇ ਉਹ ਅਸੀਂ ਬੈਠ ਕੇ ਗੱਲ ਨਿਬੇੜ ਲੈਂਦੇ ਹਾਂ। ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਸੀ ਉਦੋਂ ਵੀ ਆ ਕਮੇਟੀ ਬਣਾਓ ਤੇ ਇਹਨਾਂ ਨਾਲ ਬੈਠ ਕੇ ਗੱਲ ਨਿਬੇੜੋ। ਇਹਦਾ ਮਤਲਬ ਹੈ ਕਿ ਉਹ ਬਿਨਾਂ ਸੋਚੇ ਸਮਝੇ ਤੋਂ ਬਣਾ ਦਿੱਤੇ ਗਏ ਸੀ।
ਤੇ ਹੁਣ ਮਾਹਿਰ ਇਹ ਕਹਿ ਰਹੇ ਨੇ ਕਿ ਜੇ ਕਿਤੇ ਉਹ ਖੇਤੀ ਕਾਨੂੰਨ ਲਾਗੂ ਰਹਿੰਦੇ, ਜੋ ਦੁਨੀਆ ਭਰ ਦੇ ਵਿੱਚ ਇਸ ਵੇਲੇ ਖਾਦ ਖੁਰਾਕ ਦੀ ਸਥਿਤੀ ਹੈ, ਕਣਕ ਦੇ, ਚੌਲ ਦੇ, ਖੰਡ ਦੇ ਜਿਹੜੇ ਭਾਅ ਨੇ, ਇਹ ਕੰਟਰੋਲ ਨਹੀਂ ਸੀ ਹੋਣੇ। ਪ੍ਰਾਈਵੇਟ ਨੇ ਇਸ ਇੰਨਾ ਵੱਡਾ ਗਲਬਾ ਪਾ ਲੈਣਾ ਸੀ ਤੇ ਸਰਕਾਰ ਨੇ ਮੂੰਹ ਵਿੱਚ ਹੱਥ ਦੇ ਕੇ ਰੋਣਾ ਸੀ ਕਿ ਇਹ ਕੀ ਹੋ ਗਿਆ। ਹੁਣ ਅੱਜ ਇਹ ਸਥਿਤੀ ਕਿਤੇ ਇਸ ਤਰ੍ਹਾਂ ਦੀ ਤਾਂ ਨਹੀਂ, ਕਿਤੇ ਬਿਨਾਂ ਸੋਚੇ ਸਮਝੇ ਨੇ ਸਰਕਾਰ ਨੇ ਇਹ ਰੁਜ਼ਗਾਰ ਦੇਣ ਦੇ ਨਾਤੇ ਵੀ ਚਲੋ ਆਮ ਲੋਕਾਂ ਨੂੰ, ਜਿਹੜਾ ਦੇਖੋ 4 ਸਾਲ ਅੱਜ ਤੋਂ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ, ਇਹਨਾਂ 4 ਸਾਲਾਂ ਦੇ ਵਿੱਚ ਲੋਕ ਸਭਾ ਇਲੈਕਸ਼ਨ ਹੋ ਜਾਣੀਆਂ ਨੇ। ਕਿ ਉਸੇ ਸਕੀਮ ਤਹਿਤ ਤਾਂ ਨਹੀਂ ਕੰਮ ਹੋ ਰਿਹਾ। ਖੈਰ, ਇੱਕ ਨਾਗਰਿਕ ਹੋਣ ਦੇ ਨਾਤੇ ਸਾਡਾ ਸੋਚਣਾ ਇਸ ਤਰ੍ਹਾਂ ਫਰਜ਼ ਨਹੀਂ, ਪਰ ਸਰਕਾਰ ਨੂੰ ਇਸ 'ਤੇ ਅਜੇ ਹੋਮਵਰਕ ਕਰਨ ਦੀ ਲੋੜ ਹੈ। ਇਹ ਹਿੰਸਾ ਦੀਆਂ ਘਟਨਾਵਾਂ ਮਾੜੀਆਂ ਨੇ, ਅਜੇ ਤੱਕ ਕੋਈ ਨਹੀਂ ਹੈ, ਪਰ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ। ਕੁਝ ਮਾਹਿਰਾਂ ਨੇ ਸਰਕਾਰ ਨੂੰ ਸਲਾਹ ਭੇਜੀ ਹੈ ਵੀ 4 ਸਾਲ ਦੀ ਬਜਾਏ 10-11 ਸਾਲ ਨੌਕਰੀ ਕਰ ਦਿਓ ਤੇ ਅੱਧੀ ਪੈਨਸ਼ਨ ਦੇ ਕੇ ਜਿਹੜੇ ਫੌਜੀ ਨੇ ਉਹਨਾਂ ਨੂੰ ਘਰ ਤੋਂ। ਸਮੱਸਿਆ ਤਾਂ ਪੈਨਸ਼ਨ ਦੀ ਹੈ, ਨਾ ਬੈਨੀਫਿਟਸ ਦੇਣੇ ਨੇ, ਨਾ ਪੈਨਸ਼ਨ ਦੇਣੀ ਹੈ। ਗੱਲ ਤੇ ਬੱਕੇ ਤੁਸੀਂ, ਤੁਹਾਡੇ ਕੋਲੋਂ ਜਿਹੜੇ ਬੈਸਟ ਈਅਰਸ ਹੁੰਦੇ ਨੇ ਜ਼ਿੰਦਗੀ ਦੇ, ਉਹ ਕੰਮ ਲਿਆ ਤੇ ਚਲੋ ਹੁਣ ਤੁਸੀਂ ਓਕੇ ਟਾਟਾ ਬਾਏ ਬਾਏ। ਸੋ ਉਹ ਗੱਲ ਤੇ ਖੜਾ ਛਡਾਉਣ ਦੀ ਹੈ ਨਾ। ਸੋ ਉਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਸਰਕਾਰ ਦੀ ਨੀਅਤ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਬਿਲਕੁਲ ਕੁਲਦੀਪ ਜੀ, ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਸਟੂਡੀਓ 'ਚ ਆਏ, ਆਪਣੇ ਜਿਹੜੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਤੁਸੀਂ ਆਪਣੀ ਰਾਏ ਤੇ ਆਪਣੇ ਜਿਹੜੇ ਸੁਝਾਅ ਨੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਾਡੇ ਨਾਲ ਸਾਂਝੇ ਕਰ ਸਕਦੇ ਹਾਂ ਤੇ ਅਸੀਂ ਫਿਰ ਕੱਲ੍ਹ ਨੂੰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।